ਤੁਸੀਂ ਪਿੱਛੇ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਦੇਖੀ ਸੀਗੀ ਜਿਹਦੇ ਵਿੱਚ ਇੱਕ ਮਹੰਤ ਬੋਰੇ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਜਿਹੜੇ ਕਿ ਪੁਰਾਤਨ ਸਰੂਪ ਹੈਗੇ ਨੇ ਉਹ ਪਾ ਕੇ ਲਿਜਾ ਰਿਹਾ ਹੈਗਾ, ਸਕੂਟਰ ਤੇ ਲੈ ਕੇ ਘੁੰਮਣ ਡਿਆ ਸੀਗਾ। ਉਸ ਤੋਂ ਬਾਅਦ ਇਹ ਦਵਿੰਦਰ ਸਿੰਘ ਹੋਰੀ ਇਹ ਸਾਰੇ ਕਿਰਤੀ ਸਿੱਖ ਹੈਗੇ ਆ, ਇਹਨਾਂ ਦੇ ਹਿਰਦੇ ਬਰੁੰਦਰੇ ਗਏ। ਪੰਜਾਬ ਦੀ ਧਰਤੀ ਮੁਕੇਰੀਆਂ ਰਹਿੰਦੇ ਹੈਗੇ ਆ, ਮੁਕੇਰੀਆਂ ਤੋਂ ਸਪੈਸ਼ਲ ਚੱਲ ਕੇ ਉਸ ਮਹੰਤ ਨੂੰ ਲੱਭਦੇ ਫੋਨ ਤੇ ਉਹਦੀ ਲੋਕੇਸ਼ਨ ਦੇਖਦੇ ਗੱਡੀ ਤੇ ਬਿਹਾਰ ਜਾ ਪਹੁੰਚੇ। ਨਾ ਉੱਥੇ ਕੋਈ ਚੰਦੂਆ ਸਾਹਿਬ ਇੱਦਾਂ ਹੀ ਸਰੂਪ ਰੱਖੇ ਆ, ਮਾफ़ ਕਰਨਾ ਜਿੱਦਾਂ ਅਸੀਂ ਕਿਤਾਬਾਂ ਰੱਖ ਦਿੰਦੇ ਹਾਂ। ਬਹੁਤ ਸਾਰੇ ਸ਼ਾਇਦ ਸੱਜਣਾਂ ਨੂੰ ਨਾ ਪਤਾ ਹੋਵੇ ਕਿ ਉਸ ਜਗ੍ਹਾ ਦੇ ਉੱਪਰ ਬਿਹਾਰ ਦੇ ਵਿੱਚ 2200 ਏਕੜ ਜ਼ਮੀਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮੇ ਹੈ, ਜਿਹਦੀ ਗੱਲ ਕਰ ਰਹੇ ਨੇ, ਜਿਹਦੇ ਸੰਬੰਧ ਵਿੱਚ ਕੋਰਟ 'ਚ ਕੇਸ ਚੱਲਦਾ ਪਿਆ ਜੀ। ਤੁਸੀਂ ਇਹ ਪੁੱਛਣ ਦਾ ਯਤਨ ਕੀਤਾ ਉਹਨਾਂ ਨੂੰ ਵੀ ਹੋਰ ਖਜ਼ਾਨਾ ਕਿੰਨਾ ਕੁ ਸੀ, ਕਿਸੇ ਘਰ ਦੇ ਵਿੱਚ ਗਿਆ ਜਾਂ ਕਿਸੇ ਸਾਧ ਕੋਲ ਗਿਆ ਤੇ ਅਸੀਂ ਪ੍ਰਾਪਤ ਕਰ ਲਾਂਗੇ, ਉਹ ਵਾਪਸ ਆਵੇਗਾ ਕਿ ਨਹੀਂ, ਇਹ ਕੋਈ ਤਫਤੀਸ਼ ਕੀਤੀ ਹੈ ਤਾਂ ਵਾਪਸ ਤੇ ਲੱਖ ਲਾਹਨਤ ਉਹਨਾਂ ਦੇ ਜਿਹੜੀਆਂ ਇੰਨੀਆਂ ਮਹਿੰਗੀਆਂ ਗੱਡੀਆਂ ਤੇ ਇੰਨਾ ਮਹਿੰਗਾ ਸਾਰਾ ਕੁਝ ਸਮਾਨ ਤੇ ਜ਼ਮੀਨਾਂ ਜਾਇਦਾਦਾਂ ਤੇ ਟਰਸਟਾਂ ਦੇ ਮਾਲਕ, ਪਤਾ ਨਹੀਂ ਪ੍ਰਾਪਰਟੀਆਂ ਦਾ ਪਤਾ ਹੀ ਨਹੀਂ ਹੈਗਾ, ਕਾਰਾਂ ਦਾ ਨਹੀਂ ਪਤਾ, ਕਿੰਨਾ ਕੁਝ ਕੀ ਹੈ, ਇੱਕ ਜੱਡ ਸੁਰੱਖਿਆ ਲਈ ਫਿਰਦੇ ਸਭ ਕੁਝ ਨਾਲ। ਹਾਂਜੀ, ਤੇ ਕੀਤਾ ਕੁਝ ਨਹੀਂ। ਇੱਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਰੂਪ ਆ, ਸਵੇਰੇ ਅੰਮ੍ਰਿਤ ਵੇਲੇ ਅਸੀਂ ਮੋਢਾ ਦੇਣ ਨੂੰ ਤਰਸਦੇ ਹਾਂ। ਇੱਕ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆ ਜਿਹੜਾ ਅਸੀਂ ਪੈਰਾਂ 'ਚ ਰੱਖ ਕੇ ਤੁਰਿਆ ਜਾਂਦਾ ਦੇਖ ਰਹੇ ਹਾਂ। ਦੂਸਰੀ ਜਿਹੜੀ ਤੁਹਾਡੇ ਚੈਨਲਾਂ ਨਾਲ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ, ਜਿਹੜੇ ਸਾਡੇ ਤਖਤਾਂ ਤੇ ਕਾਬਜ ਹੈਗੇ ਹੈਪੀ ਭਾਜੀ ਹੁਣੀ, ਉਹ ਕਹਿੰਦੇ ਸੀ ਸਤਿਕਾਰ ਕਮੇਟੀਆਂ ਅਸੀਂ ਖਤਮ ਕਰਤੀਆਂ ਸੀ 2020 'ਚ। ਕਦੇ ਕਿਸੇ ਤੇ ਪਰਚਾ ਕਰਾਤਾ, ਕਦੇ ਨੌਜਵਾਨ ਜਿਹੜੇ 328 ਸਰੂਪ ਦਾ ਹਿਸਾਬ ਮੰਗਦੇ ਉਹਨਾਂ ਦੇ ਹੱਡ ਤੋੜ ਦਿੱਤੇ, ਸਭ ਕੁਝ ਕਰ ਦਿੱਤਾ, ਤੇ ਸਾਧ ਵੱਲ ਨੂੰ ਮੂੰਹ ਕਰਨ ਨੂੰ ਤੁਹਾਨੂੰ ਮੌਤ ਪੈਂਦੀ ਹੈ। ਉਧਰ ਨੂੰ ਕਿਉਂ ਨਹੀਂ ਜਾਂਦੀ ਤੁਹਾਡੀ ਟਾਸਕ ਫੋਰਸ? ਕੱਲ ਵੀ ਇਹਨਾਂ ਨੇ ਬੜਾ ਖੇਖੜ ਕੀਤਾ, ਜਿਹੜਾ ਇਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਬੜੇ ਕਾਲੇ ਚੋਲੇ ਪਾਲੇ। ਇਹ ਤਾਂ ਪਹਿਲਾਂ ਹੀ ਅੰਦਰੋਂ ਕਾਲੇ ਆ, ਇਹਨਾਂ ਨੂੰ ਕੋਈ ਕਾਲੇ ਚੋਲੇ ਪਾਉਣ ਦੀ ਲੋੜ ਨਹੀਂ, ਇਹ ਅੰਦਰੋਂ ਕਾਲੇ ਆ, ਧੁਰੋਂ ਕਾਲੇ ਆ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਬੰਦਾ ਅਸੀਂ ਘਰ ਬਿਠਾਣਾ। ਇਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਐਦਾਂ ਦੇ ਧਰਮੀ ਸਿੰਘ ਚਾਹੀਦੇ ਆ। ਮਹਾਰਾਜ ਦੀਆਂ ਬੇਅਦਬੀਆਂ ਇੰਨੇ ਛੜਯੰਤਰ ਦੇ ਨਾਲ ਲਗਾਤਾਰ ਕੀਤੀਆਂ ਗਈਆਂ ਵੀ ਹੁਣ ਜਦੋਂ ਕਿਸੇ ਇੱਦਾਂ ਦੀ ਬੇਅਦਬੀ ਦੀ ਕੋਈ ਖਬਰ ਵੀ ਮਿਲਦੀ ਹੈ ਤੇ ਲੋਕਾਂ ਨੂੰ ਇੱਕ ਆਮ ਜੀ ਗੱਲ ਲੱਗਦੀ। ਜਿੱਦਾਂ ਕਿਸੇ ਨੇ ਪਹਿਲੀ ਵਾਰ ਕਿਤੇ ਮਹਾਰਾਜ ਦੀ ਬੇਅਦਬੀ ਦੀ ਕੋਈ ਖਬਰ ਸੁਣੀ ਹੋਣੀ ਤੇ ਜਿੱਦਾਂ ਨੂੰ ਪੇਨ ਤੇ ਦਰਦ ਹੋਇਆ ਹੋਣਾ ਨਾ, ਸ਼ਾਇਦ ਉਹ ਹੁਣ ਨਹੀਂ ਲੱਗਦਾ ਉਹਨਾਂ ਨੂੰ। ਇਹ ਉਹ ਸਿੰਘ ਵਾ ਜੀ ਜਿਹਨਾਂ ਨੂੰ ਉਹਨਾਂ ਨੇ ਰੱਦ ਕਰਤਾ ਹੋਇਆ ਵੀ ਇਹ ਰੱਦ ਆ ਜੀ, ਇਹ ਰੱਦੀ ਆ, ਇਹ ਮਤਲਬ ਜਿਹੜਾ ਤਖਤਾਂ ਦੇ ਜਥੇਦਾਰ ਹਰਪ੍ਰੀਤ ਸਿੰਘ ਉਹਨਾਂ ਨੇ ਵੀ ਇਹ ਰੱਦੀ ਆ, ਰੱਦ ਕੀਤੇ ਹੋਏ ਆ ਉਹਨਾਂ ਵੱਲੋਂ ਸਤਿਕਾਰ ਕਮੇਟੀਆਂ ਵਾਲੇ। ਇਹ ਰੱਦ ਕੀਤੇ ਹੋਏ ਰੱਦੀ ਸਿੰਘਾਂ ਨੇ ਉੱਥੇ ਆ ਮੋਰਚਾ ਫਤਿਹ ਕੀਤਾ ਹੈਗਾ। ਆਪਣਾ ਸਾਂਝਾ ਪੰਜਾਬ ਟੀਵੀ ਤੇ ਦੋਸਤੋ ਤੁਹਾਡਾ ਸਵਾਗਤ। ਮੈਂ ਭੁਪਿੰਦਰ ਸਿੰਘ ਸੱਜਣ। ਦਰਸ਼ਕੋ, ਤੁਸੀਂ ਦੇਖ ਰਹੇ ਹੋ ਸਰਦਾਰ ਦਵਿੰਦਰ ਸਿੰਘ ਜੀ ਤੇ ਇਹਨਾਂ ਦੇ ਆ ਹੋਰ ਦੋ ਸਾਥੀ ਸਿੰਘ, ਇਹ ਤਿੰਨੋਂ ਹੀ ਸਿੰਘ। ਤੁਸੀਂ ਪਿੱਛੇ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਦੇਖੀ ਸੀਗੀ ਜਿਹਦੇ ਵਿੱਚ ਇੱਕ ਮਹੰਤ ਬੋਰੇ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਜਿਹੜੇ ਕਿ ਪੁਰਾਤਨ ਸਰੂਪ ਹੈਗੇ ਨੇ ਉਹ ਪਾ ਕੇ ਲਿਜਾ ਰਿਹਾ ਹੈਗਾ, ਸਕੂਟਰ ਤੇ ਲੈ ਕੇ ਘੁੰਮਣ ਡਿਆ ਸੀਗਾ। ਔਰ ਜਦੋਂ ਉਹ ਆਉਂਦਾ ਹੈਗਾ ਆਪਣੇ ਉੱਥੇ ਜਿੱਥੇ ਉਹਦਾ ਡੇਰਾ ਹੈਗਾ, ਪੈਰਾਂ ਦੇ ਵਿੱਚ ਹੀ ਰੱਖ ਲੈਂਦਾ ਹੈਗਾ, ਫਿਰ ਪੈਰਾਂ 'ਚ ਰੱਖ ਕੇ ਬੋਰਾ ਦਰਵਾਜ਼ਾ ਖੋਲ੍ਹਦਾ, ਫਿਰ ਅੰਦਰ ਜਾਂਦਾ, ਫਿਰ ਉੱਥੇ ਪੈਰਾਂ ਵਿੱਚ ਰੱਖ ਲੈਂਦਾ ਬੋਰਾ। ਸੋ ਉਸ ਤੋਂ ਬਾਅਦ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਤੇ ਜਦੋਂ ਬੋਰੇ ਦੇ ਵਿੱਚੋਂ ਬਾਹਰ ਕੱਢਦਾ ਹੈਗਾ ਤਾਂ ਫਿਰ ਪਤਾ ਲੱਗਦਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਨੇ ਉਹ। ਉਸ ਤੋਂ ਬਾਅਦ ਇਹ ਦਵਿੰਦਰ ਸਿੰਘ ਹੋਰੀ ਇਹ ਸਾਰੇ ਕਿਰਤੀ ਸਿੱਖ ਹੈਗੇ ਆ, ਇਹਨਾਂ ਦੇ ਹਿਰਦੇ ਬਲੁੰਦਰੇ ਗਏ, ਸਾਡੇ ਵੀ ਹਿਰਦੇ ਬਲੁੰਦਰੇ ਗਏ। ਪਰ ਇਹ ਗੁਰੂ ਦੇ ਪਿਆਰ ਦੇ ਵਿੱਚ ਭਿੱਜੇ ਹੋਏ ਪੰਜਾਬ ਦੀ ਧਰਤੀ ਮੁਕੇਰੀਆਂ ਰਹਿੰਦੇ ਹੈਗੇ ਆ, ਮੁਕੇਰੀਆਂ ਤੋਂ ਸਪੈਸ਼ਲ ਚੱਲ ਕੇ ਉਸ ਮਹੰਤ ਨੂੰ ਲੱਭਦੇ ਫੋਨ ਤੇ ਉਹਦੀ ਲੋਕੇਸ਼ਨ ਦੇਖਦੇ ਗੱਡੀ ਤੇ ਬਿਹਾਰ ਜਾ ਪਹੁੰਚੇ। ਮੈਂ ਤੁਹਾਨੂੰ ਗੱਡੀ ਵੀ ਦੱਸ ਦੇਣਾ, ਗੱਡੀ ਕਿਸੇ ਗੁਰੂ ਪਿਆਰੇ ਸਿੰਘ ਦੀ ਮੰਗ ਕੇ ਲੈ ਕੇ ਗਏ ਹੋਏ ਸੀਗੇ, ਗੱਡੀ ਵੀ ਕੋਈ ਆਪਣੀ ਨਹੀਂ ਸੀਗੀ। ਸੋ ਇਹਦਾ ਕਰਦੇ ਉੱਥੇ ਜਾ ਪਹੁੰਚੇ। ਜਾ ਕੇ ਇਹਨਾਂ ਨੇ ਉਹਦੇ ਖਿਲਾਫ ਮੁਕੱਦਮਾ ਵੀ ਦਰਜ ਕਰਵਾਇਆ ਔਰ 57 ਇਹਨਾਂ ਦੇ ਉੱਪਰ ਵੀ ਹੋਈ। ਬਹੁਤ ਸਾਰੀਆਂ ਤਕਲੀਫਾਂ ਦੇ ਵਿੱਚੋਂ ਲੰਘ ਕੇ ਆਏ ਆ। ਮੈਂ ਜੇ ਉਹ ਵਿਖਿਆਨ ਕਰਨ ਲੱਗੂੰਗਾ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਲੰਬੀ ਗੱਲ ਹੋ ਜਾਣੀ ਹੈ।
ਔਰ ਕਿਹਨਾਂ ਮੁਸ਼ਕਲਾਂ ਚੋਂ ਲੰਘ ਕੇ ਆਏ। ਜਿਹੜੇ ਤਖਤਾਂ ਦੇ ਉੱਥੇ ਜਥੇਦਾਰ ਹੈਗੇ ਆ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦਾ ਰੋਲ ਕਿੱਦਾਂ ਦਾ ਰਿਹਾ ਹੈਗਾ, ਸਾਰਾ ਕੁਝ ਆਪਾਂ ਵੀਰ ਹੋਰਾਂ ਦੀ ਜ਼ੁਬਾਨੀ। ਹੁਣ ਪੰਜਾਬ ਵਾਪਸ ਪਰਤੇ ਹੈਗੇ ਆ ਅੱਜ ਕਈ ਦਿਨਾਂ ਬਾਅਦ। ਭਾਈ ਸੁਖਜੀਤ ਸਿੰਘ ਖੋਸੇ, ਸਰਦਾਰ ਨੋਬਲਜੀਤ ਸਿੰਘ ਜੀ ਵਾਜੇ ਕੌਮ, ਮਨਜੀਤ ਸਿੰਘ ਕਰਤਾਰਪੁਰ, ਇੱਦਾਂ ਹੀ ਹਰਜਿੰਦਰ ਸਿੰਘ ਜੀ ਤੇ ਹੋਰ ਸਾਰੇ ਵੀਰ ਆ ਇੱਥੇ। ਉਹਨਾਂ ਦਾ ਪਰਮਿੰਦਰ ਸਿੰਘ ਜੀ ਹੋ ਗਏ ਇੱਧਰ ਆ ਸਾਰੇ ਮੁਕੇਰੀਆਂ ਤੋਂ। ਇਹ ਸਾਰੇ ਸਿੰਘ ਵੀਰ ਹੋਰਾਂ ਨੂੰ ਇੱਥੇ ਪੰਜਾਬ ਵਾਪਸ ਮੋਰਚਾ ਫਤਿਹ ਕਰਕੇ ਆਉਣ ਤੇ ਜੀਆਂ ਆਖਣ ਵਾਸਤੇ ਇੱਥੇ ਕਰਤਾਰਪੁਰ, ਜਿਹੜਾ ਕਿ ਜਦੋਂ ਜਲੰਧਰ ਤੋਂ ਅੰਮ੍ਰਿਤਸਰ ਨੂੰ ਜਾਂਦੇ ਤੇ ਰਸਤੇ ਵਿੱਚ ਪੈਂਦਾ ਉੱਥੇ ਗੁਰਦੁਆਰਾ ਗੰਗਸਰ ਸਾਹਿਬ, ਉੱਥੇ ਆਪਾਂ ਇਕੱਠੇ ਹੋਏ ਆ। ਦਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਸਾਡੇ ਵੱਲੋਂ ਵੀ, ਸਾਰਿਆਂ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਵਿੰਦਰ ਸਿੰਘ ਜੀ, ਕਿੱਦਾਂ ਦਾ ਰਿਹਾ ਤੁਹਾਡਾ ਸਫ਼ਰ ਸਾਰਾ? ਦੇਖੋ ਜੀ, ਇੱਕ ਪੰਜਾਬ 'ਚ ਇੱਕ ਵੀਡੀਓ ਵਾਇਰਲ ਹੋਈ ਸੀ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ 5 ਸਰੂਪ ਜੀ, ਇੱਕ ਮਹੰਤ ਜਿਹੜਾ ਉਹ ਆਪਣੇ ਡੇਰੇ ਵਿੱਚੋਂ ਕਿਸੇ ਹੋਰ ਡੇਰੇ ਵਿੱਚ ਲੈ ਕੇ ਜਾ ਰਿਹਾ ਸੀਗਾ ਤੇ ਉਹ ਜਦੋਂ ਸਾਨੂੰ ਇੱਥੋਂ ਪਤਾ ਲੱਗਾ ਤੇ ਆਪਾਂ ਫਿਰ 3 ਸਿੰਘ ਸੀਗੇ ਤੇ ਤਿੰਨਾਂ ਨੇ ਵੀ ਸਲਾਹ ਕੀਤੀ ਵੀ ਚਲੀਏ ਤੇ ਆਪਾਂ ਹੋਰ ਵੀ ਸਿੰਘਾਂ ਨੂੰ ਕਈਆਂ ਨੂੰ ਕਿਹਾ ਵੀ ਚਲੋ ਚਲੀਏ, ਪਰ ਦੂਰ ਹੋਣ ਦੇ ਨਾਤੇ ਕੋਈ ਫਿਰ ਤਿਆਰ ਘੱਟ ਹੋਇਆ ਵੀ ਬਹੁਤ ਦੂਰ ਆ, ਬਹੁਤ ਦਿਨ ਲੱਗ ਜਾਣੇ ਆ। ਤਾਂ ਫਿਰ ਇਹ ਸਾਡੇ ਵੀਰ ਭਾਈ ਮਨਦੀਪ ਸਿੰਘ ਜੀ ਤੇ ਭਾਈ ਹਰਜਿੰਦਰ ਸਿੰਘ ਜੀ ਜੋ ਅੰਮ੍ਰਿਤਸਰ ਤੋਂ ਇਹ ਕਿਰਤੀ ਕਰਦੇ ਆ, ਕਿਰਤ ਦਾ ਕੰਮ ਕਰਦੇ ਆ, ਸੋ ਇਹਦੇ ਸਾਡੇ ਨਾਲ ਤਿਆਰ ਹੋਏ। ਫਿਰ ਚਲੋ ਆਪਾਂ ਦੇਖਦੇ ਆ। ਜਦੋਂ ਉੱਥੇ ਸਾਨੂੰ ਪਤਾ ਲੱਗਾ ਲੋਕੇਸ਼ਨ ਆਪਾਂ ਲੱਭਦੇ ਪਹਿਲਾਂ ਵੀ ਆਪਾਂ ਵੀਡੀਓ 'ਚ ਗੱਲ ਕੀਤੀ ਸੀ, ਲੱਭਦੇ ਚੱਲ ਗਏ ਉੱਥੇ ਤੱਕ। ਪਹਿਲਾਂ ਕਹਿੰਦੇ ਮੇਰਠ ਦੀ ਆ, ਫਿਰ ਅੱਗੇ ਸਾਨੂੰ ਦੱਸਿਆ ਵੀ ਇਹ ਬਰੇਲੀ ਦੀ ਆ, ਜੀ ਉਹ ਨਹੀਂ ਲੱਭੀ। ਫਿਰ ਇੱਕ ਪਰਿਵਾਰ ਰਹਿੰਦਾ ਉੱਥੇ ਅਮਰੋਹ ਵਿੱਚ ਯੂਪੀ 'ਚ, ਉਹਨਾਂ ਦੇ ਘਰ ਆਪਾਂ ਜਿਹੜੇ ਰਾਤ ਠਹਿਰੇ ਤੇ ਉਹਨਾਂ ਨੇ ਸਾਨੂੰ ਇਹ ਦੱਸਿਆ ਵੀ ਜਿਹੜੀ ਇਹ ਡੇਰਾ ਆ ਇਹ ਥਾਣਾ ਰਜੌਲੀ ਥਾਣਾ ਆ ਤੇ ਇਹ ਆਪਣੇ ਤਖਤ ਤੋਂ ਪਟਨਾ ਸਾਹਿਬ ਤੋਂ ਕੋਈ 220 ਕਿਲੋਮੀਟਰ ਅੱਗੇ ਪੈਂਦਾ ਏਰੀਆ। ਫਿਰ ਆਪਾਂ ਉੱਥੋਂ ਆਪਣੀ ਗੱਡੀ ਜਿਹੜੀ ਆ ਚੱਕੀ ਚੱਲ ਗਏ, ਸਿੰਘ ਚੱਲ ਗਏ। ਤਾਂ ਜਦੋਂ ਉੱਥੇ ਜਾ ਕੇ ਆਪਾਂ ਦੇਖਿਆ ਤੇ ਪਹਿਲਾਂ ਤਾਂ ਆਪਾਂ ਦਰਸ਼ਨ ਕੀਤੇ ਵੀ ਉਹ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਸਰੂਪ ਹੈ ਕਿੱਥੇ ਪਏ ਆ। ਤਾਂ ਜਦੋਂ ਮਹਾਰਾਜ ਦੇ ਸਰੂਪ ਆਪਾਂ ਦੇਖੇ ਤਾਂ ਸਾਡੇ ਕੋਲ ਦੇਖਿਆ ਨਹੀਂ ਗਿਆ ਤੇ ਉਹ ਸਰੂਪ ਜਿਹੜੇ ਮੱਟਾਂ ਦੇ ਵਿੱਚ, ਜਿੱਥੇ ਉਹ ਸਾਧ ਅੰਦਰ ਉੱਦਾਂ ਹੀ ਕੋਈ ਮਰਿਆਦਾ ਨਹੀਂ, ਨਾ ਉੱਥੇ ਕੋਈ ਚੰਦੂਆ ਸਾਹਿਬ, ਇੱਦਾਂ ਹੀ ਸਰੂਪ ਰੱਖੇ ਆ। ਮਾफ़ ਕਰਨਾ, ਜਿੱਦਾਂ ਅਸੀਂ ਕਿਤਾਬਾਂ ਰੱਖ ਦਿੰਦੇ ਆ, ਪੁਰਾਤਨ ਸਰੂਪ ਬਿਲਕੁਲ ਉਸੇ ਤਰ੍ਹਾਂ ਰੱਖੇ ਸੀਗੇ, ਉਹਨਾਂ ਨੇ ਸਰੂਪ ਰੱਖੇ ਸੀਗੇ। ਜਦੋਂ ਆਪਾਂ ਸਾਰੀ ਇਹ ਗੱਲਬਾਤ ਦੇਖੀ ਤੇ ਮਹੰਤ ਜਿਹੜਾ ਨਾ ਉੱਥੋਂ ਦੌੜ ਗਿਆ। ਪਹਿਲਾਂ ਸੀਗਾ ਉਹਦੀ ਮਹੰਤ ਦੀ ਘਰ ਦੀ ਉੱਥੇ ਸੀਗੀ। ਫਿਰ ਆਪਾਂ ਦਰਸ਼ਨ ਕਰਕੇ ਤਾਂ ਆਪਾਂ ਫਿਰ ਜਿਹੜਾ ਉੱਥੇ ਦਾ ਇੱਕ ਵਿੱਚ ਹੀ ਗੁਰਦੁਆਰਾ ਸਾਹਿਬ ਪਟਨਾ ਸਾਹਿਬ ਦਾ ਇੱਕ ਕਮਰੇ ਵਿੱਚ ਉਹਨਾਂ ਨੇ ਉੱਥੇ ਕਬਜ਼ਾ ਕੀਤਾ ਹੋਇਆ। ਹੈ ਤਾਂ ਸਾਡੇ ਗੁਰੂ ਨਾਨਕ ਪਾਤਸ਼ਾਹ ਦਾ ਸਾਰਾ ਸਥਾਨ ਆ, ਉਹ ਇੱਕ ਕਮਰੇ 'ਚ ਜਿਹੜਾ ਹੈਗਾ ਪ੍ਰਕਾਸ਼ ਕੀਤਾ, ਤਖਤ ਵੱਲੋਂ ਕੀਤਾ ਗਿਆ ਆ। ਹਾਂਜੀ। ਤੇ ਗੁਰੂ ਨਾਨਕ ਪਾਤਸ਼ਾਹ ਜੀ ਸੁਣਿਆ ਵੀ ਉੱਥੇ ਮਤਲਬ 4.5 ਮਹੀਨੇ ਜਾਂ 6 ਮਹੀਨੇ ਦਾ ਸਮਾਂ ਉੱਥੇ ਰਹੇ ਆ। ਤੇ ਜਦੋਂ ਆਪਾਂ ਉਹ ਦੇਖੇ ਤੇ ਆਪਸ ਵਿੱਚ ਆਪਾਂ ਗੁਰਮਤਾ ਕੀਤਾ ਤੇ ਫਿਰ ਆਪਾਂ ਉੱਥੇ ਗ੍ਰੰਥੀ ਕੋ ਪੁੱਛਿਆ ਵੀ ਇਹ ਹੋਇਆ ਕੀ ਸੀ, ਕਿੱਦਾਂ ਹੋਇਆ। ਉਹ ਕਹਿੰਦਾ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਇਹ ਲੈ ਕੇ ਚਲ ਗਿਆ ਸੀਗਾ ਤੇ ਦੁਬਾਰਾ ਕਮੇਟੀ ਨੇ ਦਰਖਾਸਤ ਦਿੱਤੀ ਤੇ ਵੀ ਮਹਾਰਾਜ ਦੇ ਪ੍ਰਕਾਸ਼ ਲੈ ਕੇ ਚਲ ਗਿਆ ਇੱਥੋਂ, ਤੇ 2 ਦਿਨ ਦਾ ਸਮਾਂ ਪ੍ਰਸ਼ਾਸਨ ਨੇ ਲਿਆ ਸੀ ਉੱਥੋਂ, ਉਹ 1 ਦਿਨ 'ਚ ਹੀ ਵਾਪਸ ਆ ਗਿਆ। ਉਹ ਕੁਦਰਤੀ ਦੁਪਹਿਰ ਦਾ ਸਮਾਂ ਸੀਗਾ ਤੇ ਗ੍ਰੰਥੀ ਵੀ ਬਾਹਰ ਬੈਠਾ ਪਿਆ ਸੀਗਾ। ਤੋ ਜਿਹੜਾ ਸਾਧ ਇੱਕ ਜਟਾਂ ਵਾਲਾ ਉਹ ਆਇਆ ਤੇ ਉਹ ਸਕੂਟਰੀ ਦੇ ਅੱਗੇ 5 ਸਰੂਪ ਪਾਵਨ ਸਰੂਪ ਸੀਗੇ, ਉਹ ਬੋਰੇ 'ਚ ਜਿਹੜੇ ਸੀਮੈਂਟ ਦਾ ਬੋਰਾ ਹੁੰਦਾ ਨਾ ਉਹਦੇ ਵਿੱਚ ਪਾਏ ਸੀ ਉਹਨੇ। ਤੇ ਉਹ ਦੱਸਣ ਦਿਆ ਸੀ ਸਾਨੂੰ ਵੀ ਮੈਂ ਵੀਡੀਓ ਬਣਾਈ ਸਾਰੀ ਉਹਦੀ, ਪਰ ਜਿੱਦਾਂ ਉਹਨੇ ਪੈਰਾਂ ਦੇ ਵਿੱਚ ਰੱਖ ਕੇ ਉੱਪਰ ਲੱਤਾਂ ਰੱਖੀਆਂ ਸੀ ਉਸ ਬੰਦੇ ਨੇ। ਤੇ ਉਹ ਆਪਾਂ ਸਾਰਾ ਪੁੱਛਿਆ ਤਾਂ ਫਿਰ ਆਪਾਂ ਆਪਸ ਵਿੱਚ ਗੁਰਮਤਾ ਕੀਤਾ ਵੀ ਇਹ ਸਾਧ ਕੋ ਪਹਿਲਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਲਈਏ ਨਾ, ਉਹ ਕਿੱਦਾਂ ਲਈਏ। ਤੇ ਫਿਰ ਦਿਨ ਜਦੋਂ ਚੜ੍ਹਿਆ ਨਾ ਤੇ ਆਪਾਂ ਫਿਰ ਕਿਹਾ ਵੀ ਜਿੱਦਾਂ ਮਰਜ਼ੀ ਕੋਈ ਲੜਾਈ ਹੋਵੇ, ਝਗੜਾ ਹੋਵੇ, ਤਾਂ ਮਹਾਰਾਜ ਦਾ ਪ੍ਰਕਾਸ਼ ਕੱਢਣੇ ਆ ਇੱਥੋਂ। ਤੇ ਮਾफ़ ਕਰਨਾ, ਮੈਂ ਪਹਿਲਾਂ ਵੀ ਗੱਲ ਕਰ ਦਿੰਦਾ, ਤਖਤ ਦੇ ਜਿਹੜੇ ਰਣਜੀਤ ਸਿੰਘ ਜਿਹੜਾ ਨੂੰ ਅੱਜ ਤਨਖਾਹੀਆ ਕਰਾਰ ਦਿੱਤਾ ਗਿਆ, ਇਹ ਸਾਰੇ ਪ੍ਰਧਾਨ ਇਹਨਾਂ ਨੇ ਉੱਥੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਵੀ ਆ। ਪਰ ਇਹਨਾਂ ਦੇ ਮਨ ਵਿੱਚ ਨਹੀਂ ਆਈ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੀ ਆ। ਇਸੇ ਤਰ੍ਹਾਂ ਸਿੱਟੇ ਆ ਵੀ ਪਾਵਨ ਸਰੂਪ ਪੁਰਾਤਨ, ਬਹੁਤ ਪੁਰਾਤਨ ਸਰੂਪ, ਆਪਾਂ ਨੇ ਦਰਸ਼ਨ ਵੀ ਕਰਾਏ ਸਾਰਿਆਂ ਨੂੰ ਤੇ ਉਹਨਾਂ ਨੇ ਵੀ ਕੁਛ ਦੇਖਿਆ ਨਹੀਂ। ਚਲੋ ਆਪਾਂ ਸਵੇਰੇ ਫਿਰ ਉੱਠੇ ਤੇ ਮਹਾਰਾਜ ਦੇ ਜਿਹੜੇ ਪਾਵਨ ਸਰੂਪ 5 ਸੀਗੇ ਤੇ ਜਿਹੜੀਆਂ ਸੈਂਚੀਆਂ ਪਈਆਂ ਸੀਗੀਆਂ ਆਪਾਂ ਤਾਲਾ ਜਿਹੜਾ ਤੋੜ ਕੇ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ 5 ਤੇ 3 ਜਿਹੜੀਆਂ ਛੋਟੀਆਂ ਸੈਂਚੀਆਂ ਸੀਗੀਆਂ ਤੇ ਇੱਕ ਸਫਰੀ ਬੀੜ ਸੀ ਉਹਦੇ ਵਿੱਚ ਜਿਹੜੀ ਛੋਟੇ ਕਾਰ ਦੀ ਸੀ, ਉਹ ਆਪਾਂ ਤਿੰਨੇ ਹੀ ਤੇ ਉੱਥੋਂ ਲੈ ਕੇ ਤੇ ਆ ਗਏ। ਤਾਂ ਜਦੋਂ ਮਹੰਤ ਨੂੰ ਪਤਾ ਲੱਗਾ ਤੇ ਮਹੰਤ ਬਹੁਤ ਅੱਗਿਓਂ ਬੋਲ ਰਿਹਾ ਸੀ ਅੱਗਿਓਂ, ਤੇ ਉਹਨੇ ਪ੍ਰਸ਼ਾਸਨ ਵੀ ਉਹਨੇ ਕੰਪਲੇਂਟ ਵੀ ਸਾਡੀ ਦਿੱਤੀ ਉਹਨਾਂ ਨੇ ਵੀ ਮਹਾਰਾਜ ਦੇ ਸਰੂਪ ਇਹਨਾਂ ਨੇ ਸਾਡੇ ਤੋਂ ਕੱਢ ਲਏ ਗਏ ਆ।
ਪਰ ਫਿਰ ਪ੍ਰਸ਼ਾਸਨ ਨੂੰ ਆਪਾਂ ਗੱਲ ਕੀਤੀ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿਸੇ ਦੀ ਨਿੱਜੀ ਪ੍ਰਾਪਰਟੀ ਨਹੀਂ ਇਹ ਪੰਥ ਦਾ ਖਜ਼ਾਨਾ ਹੈ, ਪੰਥ ਸਾਂਭੇਗਾ, ਤੂੰ ਕੌਣ ਹੁੰਨਾ ਵੀ ਕੀ ਲੈਣ ਵਾਲਾ। ਇਸੇ ਤਰ੍ਹਾਂ ਆਪਾਂ ਬਾਵਾ ਤੇਰੇ ਗੱਲ ਹੋ ਗਈ ਤਾਂ ਉਹ ਕਹਿੰਦਾ ਆਪਾਂ ਕੱਢਣੇ ਆ। ਫਿਰ ਇਸੇ ਤਰ੍ਹਾਂ ਆਪਾਂ ਸਾਰੇ ਉੱਥੇ ਜਿਹੜੇ ਹੈਗੇ ਸੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਕਮਰੇ ਸੀਗੇ ਉਹਨਾਂ ਨੂੰ ਆਪਾਂ ਜਿੰਦੇ ਲਾ ਦਿੱਤੇ ਗਏ ਅੰਦਰੋਂ, ਇੱਧਰੋਂ ਵੀ ਸਾਰੇ ਪਾਸੇ ਆਪਾਂ ਜਿਹੜਾ ਮੋਰਚਾ ਉੱਥੇ ਲਾਤਾ, ਪਹਿਰਾ ਲਾਤਾ। ਫਿਰ 3-4 ਦਿਨ ਉਹਨੇ ਫਿਰ ਸਾਡੀ ਦਰਖਾਸਤ ਦਿੱਤੀ, ਸਾਡੇ ਤੇ ਵੀ ਉਹਨੇ ਪਰਚਾ ਕਰਾਇਆ ਤੇ ਦੁਬਾਰਾ ਫਿਰ ਆਪਾਂ ਵੀ ਜਿਹੜੀ ਦਰਖਾਸਤ ਇੱਕ ਦਿੱਤੀ ਆ ਤੇ ਉਹ ਚਾਰਾਂ ਤੇ ਆਪਾਂ ਪਰਚਾ ਕਰਾਇਆ। ਇੱਕ ਮਹੰਤ ਜਿਹੜਾ ਲੈ ਕੇ ਜਾ ਰਿਹਾ ਸੀਗਾ ਤੇ ਮਹੰਤ ਜਿਹੜਾ ਉੱਥੇ ਰਹਿ ਰਿਹਾ ਸੀਗਾ, ਜਿਹੜਾ ਉਹਦਾ ਮੁੰਡਾ ਸੀਗਾ ਉੱਤੇ ਵੀ ਤੇ ਉਹਦੇ ਘਰ ਵਾਲੀ ਤੇ ਚਾਰਾਂ ਜਣਿਆਂ ਤੇ ਆਪਾਂ ਜਿਹੜਾ ਉਹ ਪਰਚਾ ਦਰਜ ਕਰਾਇਆ 295 ਇਹਦਾ। ਇੱਕ ਚੋਰੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਲੈ ਗਿਆ ਉਹਦਾ, ਹਾਂਜੀ 379 ਜਿਹੜੀ ਚੋਰੀ ਦਾ ਵੀ ਉੱਤੇ ਲਵਾਇਆ। ਤੇ ਚਾਰੇ ਪਾਵਨ ਸਰੂਪ ਜਿਹੜੇ ਹੁਣ ਇਸ ਟਾਈਮ ਤਖਤ ਸ੍ਰੀ ਪਟਨਾ ਸਾਹਿਬ ਦੇ ਉਹ ਸਕੱਤਰ ਨਾਲ ਸਾਡੀ ਗੱਲ ਹੋਈ, ਉੱਥੇ ਵੀ ਉਸ ਟਾਈਮ ਪਹੁੰਚੇ, ਪਹਿਲਾਂ ਨਹੀਂ ਕੋਈ ਆਇਆ ਇਹਨਾਂ ਦਾ ਅਧਿਕਾਰੀ, ਤੇ ਉੱਥੇ ਪਹੁੰਚ ਗਏ। ਉੱਥੇ ਕੋਈ ਖਾਸ ਪ੍ਰਬੰਧ ਹੈ ਨਹੀਂ ਸੀ ਵੀ ਜਿਹੜਾ ਸੁੱਖ ਆਸਣ ਦਾ। ਫਿਰ ਆਪਾਂ ਪਟਨਾ ਸਾਹਿਬ ਤੋਂ ਗੱਲ ਕੀਤੀ, ਪਟਨਾ ਸਾਹਿਬ ਤੋਂ ਇੱਕ ਪੁਰਾਣਾ ਜਿਹਾ ਬੈੱਡ ਗਿਆ, ਮਾਫ ਕਰਨਾ, ਉੱਤੇ ਵੀ ਸੇਕ ਲੱਗੀ ਪਈ ਸੀ। ਤੁਹਾਡੇ ਕੋਲ ਵੀਡੀਓ ਵੀ ਹੈਗੀ ਆ, ਉਹ ਸਾਰੀ ਆਪਾਂ ਸਾਫ਼ ਕੀਤਾ ਉਹਨੂੰ ਪਹਿਲਾਂ ਜਿਹੜੀ ਸੇਕ ਸੂੰਗ, ਫਿਰ ਆਪਾਂ ਉਹਦੀ ਸਾਰੀ ਖਤਮ ਕਰਕੇ ਫਿਰ ਆਪਾਂ ਸੁੱਖ ਆਸਣ ਉੱਥੇ ਕੀਤਾ, ਆਪ ਹੀ ਕੀਤਾ। ਫਿਰ ਇਹ ਸੇਵਾ ਸਾਡੇ ਗੁਰੂ ਨੇ ਬਖਸ਼ੀ। ਤੇ ਬਾਕੀ ਤਖਤਾਂ ਦੇ ਜਥੇਦਾਰ ਹੈਗੇ ਆ ਜਾਂ ਕਮੇਟੀ ਵਾਲੇ, ਉਹਨਾਂ ਨੇ ਜ਼ਿੰਮੇਵਾਰੀ ਆਪਣੀ ਬਾਖੂਬੀ ਨਿਭਾਈ ਨਹੀਂ, ਇਹ ਕਹਿਣਾ ਚਾਹੁੰਦੇ ਹੋ? ਬਿਲਕੁਲ ਜੀ, ਕੋਈ ਉਹਨਾਂ ਨੇ ਨਿਭਾਈ। ਉਹ ਤਾਂ ਪਰਚਾ ਕਰਨ ਨੂੰ ਵੀ ਤਿਆਰ ਨਹੀਂ ਸੀਗੇ। ਜਿਹੜੇ ਜਦੋਂ ਪਰਚਾ ਹੋ ਜਾਂਦਾ ਨਾ ਫਿਰ ਕਮੇਟੀ ਸਾਡੇ ਪਿੱਛੇ ਆਉਂਦੀ ਆ। ਤੇ ਉਹਨਾਂ ਨੇ ਪਹਿਲਾਂ ਗੱਲ ਕਰਤੀ ਸੀ ਵੀ ਜਿਹੜਾ ਕੋਰਟ 'ਚ ਸਾਡਾ ਕੇਸ ਚੱਲ ਰਿਹਾ ਪਿਆ। ਕੋਰਟ 'ਚ ਕਿਹੜਾ ਕੇਸ ਚੱਲਦਾ ਪਿਆ? 2200 ਏਕੜ। ਇਹ ਜੋ 2200 ਏਕੜ ਜਿਹੜੀ ਥਾਂ ਚੱਲਦੀ ਨਾ, ਸਿਰਫ ਮੈਂ ਕਹਿਣਾ ਚਾਹੁੰਦਾ ਸੰਗਤ ਨੂੰ, ਜਿਹੜੀ ਇਹ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਇਹਨਾਂ ਨਾਲ ਪਿਆਰ ਨਹੀਂ। ਇਹ ਸਿਰਫ ਉੱਥੇ ਦੀ ਗੁਰੂ ਨਾਨਕ ਪਾਤਸ਼ਾਹ ਦੀ 2200 ਏਕੜ ਥਾਂ ਹੈ ਨਾ, ਉਹ ਸਿਰਫ ਕਬਜ਼ਾ ਕਰਨ ਨੂੰ ਉੱਥੇ ਕਬਜ਼ਾ ਕੀਤਾ ਆ। ਮੈਨੂੰ ਲੱਗਦਾ ਕਿ ਬਹੁਤ ਸਾਰੇ ਸ਼ਾਇਦ ਸੱਜਣਾਂ ਨੂੰ ਨਾ ਪਤਾ ਹੋਵੇ ਕਿ ਉਸ ਜਗ੍ਹਾ ਦੇ ਉੱਪਰ ਬਿਹਾਰ ਦੇ ਵਿੱਚ 2200 ਏਕੜ ਜ਼ਮੀਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮੇ ਹੈ, ਜਿਹਦੀ ਗੱਲ ਕਰ ਰਹੇ ਨੇ, ਜਿਹਦੇ ਸਬੰਧ ਵਿੱਚ ਕੋਰਟ 'ਚ ਕੇਸ ਚੱਲਦਾ ਪਿਆ ਜੀ। ਹਾਂਜੀ, ਤੇ ਜੇ ਉਹਨਾਂ ਨੂੰ ਗੁਰੂ ਸਾਹਿਬ ਨਾਲ ਪਿਆਰ ਹੁੰਦਾ ਤੇ ਇੰਨੀ ਵਾਰੀ ਆ ਜਿਹੜਾ ਤਨਖਾਹੀਆ ਅੱਜ ਕਰਾਰ ਦਿੱਤਾ ਗਿਆ, ਚੋਰੀ ਕਹਿ ਸਕਦੇ ਆਪਾਂ ਨੂੰ, ਤੇ ਸਾਨੂੰ ਇਹਨੇ ਸਰੋਪਾ ਵੀ ਦੇਣ ਦੀ ਅੰਦਰ ਕੋਸ਼ਿਸ਼ ਕੀਤੀ ਦਫ਼ਤਰ ਵਿੱਚ। ਸਾਡੇ ਕੋਲ ਵੀਡੀਓ ਹੈਗੀ ਆ, ਤੇ ਪਰ ਆਪਾਂ ਉਹਨਾਂ ਕੋਲ ਸਰੋਪਾ ਨਹੀਂ ਲਿਆ। ਆਪਾਂ ਕੋ ਤੁਹਾਡੇ ਕੋਲ ਸਰੋਪਾ ਨਹੀਂ ਆਪਾਂ ਲੈਣਾ, ਆਪਾਂ ਜਿਹੜਾ ਅੰਦਰ ਲਵਾਂਗੇ ਅਕਾਲ ਤਖਤ ਸਾਹਿਬ ਜਿਹੜਾ ਅੰਦਰ ਹਰਮੰਦਰ ਸਾਹਿਬ ਆ, ਆਪਾਂ ਗ੍ਰੰਥੀ ਸਿੰਘ ਕੋ ਸਰੋਪਾ ਲਵਾਂਗੇ। ਇੱਕ ਸਾਨੂੰ ਅੰਦਰ ਸਤਿਕਾਰ ਦਿੱਤਾ ਗਿਆ ਸਕੱਤਰ ਸਾਹਿਬ ਕੋ, ਤੇ ਇੱਕ ਸਾਨੂੰ ਪਟਨਾ ਸਾਹਿਬ ਦੇ ਜਿਹੜੇ ਗ੍ਰੰਥੀ ਸਿੰਘ ਉਹਨਾਂ ਨੇ ਸਾਨੂੰ ਸਤਿਕਾਰ ਦਿੱਤਾ, ਤੇ ਅੰਦਰ ਚੱਲ ਕੇ ਆਇਆ ਸੀਗਾ ਇਹ। ਪਰ ਆਪਾਂ ਹਾਂ ਰਣਜੀਤ ਸਿੰਘ ਜਿਹੜਾ ਅੱਜ ਤਨਖਾਹੀਆ ਕਰਾਰ ਦਿੱਤਾ ਗਿਆ, ਰਣਜੀਤ ਸਿੰਘ ਗੌਰ ਜਿਹਨੂੰ ਕਹਿੰਦੇ ਆ, ਤੇ ਉਹ ਸਾਨੂੰ ਸਰੋਪਾ ਦੇਣ ਲੱਗਾ ਸੀ ਤੇ ਆਪਾਂ ਨਾ ਕਰ ਦਿੱਤੀ ਵੀ ਆਪਾਂ ਸਰੋਪਾ ਤੁਹਾਡੇ ਕੋਲ ਨਹੀਂ ਲੈਣਾ। ਤੇ ਉਹ ਪ੍ਰਧਾਨ ਅਵਤਾਰ ਸਿੰਘ ਹਿੱਤ ਜਹਾਨੋਂ ਰੁਖਸਤ ਹੋ ਗਏ, ਉਹਨਾਂ ਨਾਲ ਤੁਹਾਡਾ ਕੋਈ ਤਾਲਮੇਲ ਹੋਇਆ ਸੀ? ਉਹਨਾਂ ਨੇ ਕੋਈ ਭੂਮਿਕਾ ਨਿਭਾਈ ਹੋਵੇ ਚ ਚੰਗੀ? ਨਹੀਂ, ਦੇਖੋ ਸਾਨੂੰ ਦੁੱਖ ਹੈਗਾ, ਕੋਈ ਵੀ ਮਾਰ ਪ੍ਰਮਾਤਮਾ ਨਾ ਕਰੇ ਇਦਾਂ ਕਿਸੇ ਨੂੰ, ਇਦਾਂ ਮਤਲਬ ਅਕਾਲ ਚਲਾਣਾ ਕਰ ਜਾਵੇ। ਪਰ ਸਾਨੂੰ ਦੁੱਖ ਇਹ ਹੈਗਾ ਆ ਵੀ ਉਹ ਪ੍ਰਧਾਨ ਸੀਗਾ, ਉਹਦੇ ਕੋਲੋਂ ਸਾਰੀਆਂ ਪਾਵਰਾਂ ਸੀਗੀਆਂ, ਸਰਕਾਰੀ ਦਰਬਾਰੇ ਵੀ ਸੀਗੀ, ਕਿੰਨੇ ਕੋ ਬੰਦੇ ਮੁਲਾਜ਼ਮ ਕੰਮ ਕਰ ਰਹੇ ਆ। ਸਾਡੇ ਪਾ 3 ਸਿੰਘ ਗਏ ਸੀਗੇ, ਸਾਡੇ ਕੋਲ ਤਾਂ ਤੇਲ ਦੀ ਸੇਵਾ ਵੀ ਜਿਹੜੀ ਸੰਗਤ ਨੇ ਸਾਨੂੰ ਦਿੱਤੀ ਆ, ਇਹ ਜਿਹੜੀ ਤੇਲ ਦੀ ਵੀ ਸੰਗਤ ਨੇ ਦਿੱਤੀ, ਜਾਂ ਲੰਗਰ ਪਾਣੀ ਦਾ ਵੀ ਦਿੱਤਾ ਉਹ ਵੀ ਸਾਨੂੰ ਸੰਗਤ ਨੇ ਦਿੱਤਾ। ਸਾਡਾ ਆਪਣੇ ਕੋਲੋਂ ਆਪਾਂ ਕੁਝ ਖਰਚਾ ਨਹੀਂ ਕੀਤਾ, ਇਹ ਸੰਗਤ ਦੇ ਸਿਰ ਤੇ ਹੋਇਆ ਜਾਂ ਗੁਰੂ ਦੇ ਸਿਰ ਤੇ ਹੋਇਆ। ਤੇ ਬਾਕੀ ਇਹਨਾਂ ਕੋਲ ਸਾਰੀਆਂ ਗੋਲਕਾਂ ਦੇ ਪੈਸੇ, ਇਹਨਾਂ ਕੋਲ ਸਭ ਕੁਝ ਇਹਨਾਂ ਕੋਲ ਆ, ਪਰ ਪਤਾ ਨਹੀਂ ਹੈ ਕਿਉਂ ਉੱਥੇ ਕੋਈ ਬੋਲੇ ਹੀ ਨਹੀਂ। ਭਾਈ ਦਵਿੰਦਰ ਸਿੰਘ ਹਾਂਜੀ। ਜੀ, ਮੈਂ ਭਾਈ ਭੁਪਿੰਦਰ ਸਿੰਘ ਜੀ ਪੁੱਛਣਾ ਯਤਨ ਕਰਦਾ ਹਾਂ। ਜਿਵੇਂ ਇੱਕ ਭੈਣ ਕਹਿੰਦੀ ਆ ਜਿਹੜੇ ਉੱਥੇ ਹੈ ਨੇ, ਉਹ ਕਹਿੰਦੇ ਵੀ ਇੱਥੋਂ ਸਰੂਪ ਆਪੇ ਹੀ ਲੈ ਜਾਂਦੇ ਨੇ ਬਾਬੇ ਤੇ ਆਪ ਹੀ ਛੱਡ ਜਾਂਦੇ ਨੇ। ਇਹ ਸਾਦੀ ਗੱਲ ਕੀਤੀ ਹੈ, ਜਿਵੇਂ ਵੀ ਆਪਦੀ ਮਰਜ਼ੀ ਨਾਲ ਲੈ ਜਾਂਦੇ ਤੇ ਆਪਦੀ ਮਰਜ਼ੀ ਨਾਲ ਛੱਡ ਜਾਂਦੇ ਆ। ਤੁਸੀਂ ਇਹ ਪੁੱਛਣ ਦਾ ਯਤਨ ਕੀਤਾ ਉਹਨਾਂ ਨੂੰ ਵੀ ਹੋਰ ਖਜ਼ਾਨਾ ਕਿੰਨਾ ਕੁ ਸੀ, ਕਿਸੇ ਘਰ ਦੇ ਵਿੱਚ ਗਿਆ ਜਾਂ ਕਿਸੇ ਸਾਧ ਕੋਲ ਗਿਆ ਤੇ ਅਸੀਂ ਪ੍ਰਾਪਤ ਕਰ ਲਾਂਗੇ, ਉਹ ਵਾਪਸ ਆਵੇਗਾ ਕਿ ਨਹੀਂ? ਇਹ ਕੋਈ ਤਫਤੀਸ਼ ਕੀਤੀ ਹੈ ਇਹਦੀ ਤਾਂ ਬਾਬਾ? ਨਹੀਂ, ਉਹ ਇੱਥੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੀਗੇ ਨਾ, ਉਹ ਆਪਣੀ ਮਤਲਬ ਆਪਣੇ ਕਹਿੰਦਾ ਵੀ ਸਾਡੇ ਜਿਹੜੇ ਪਿਛਲੇ ਸਾਡੇ ਜਿਹੜੇ ਮਾਂ ਪਿਓ ਸੀਗੇ ਜਾਂ ਤੁਹਾਡੇ ਦਾਦੇ ਬਾਬੇ ਸੀਗੇ, ਉਹਨਾਂ ਨੇ ਸਰੂਪ ਰੱਖੇ, ਸਾਡਾ ਅਧਿਕਾਰ ਹੈ 'ਚ। ਤੇ ਉਹਨਾਂ ਕੋਲ 4 ਹੀ ਪਾਵਨ ਸਰੂਪ ਆ ਤੇ ਇੱਕ ਸਫਰੀ ਬੀੜ ਆ ਛੋਟੀ, ਠੀਕ ਹੈ ਜੀ। ਤੇ 3 ਤੇ ਹੱਥ ਲਿਖੀ ਪੋਥੀਆਂ ਸੀ ਇਹਨਾਂ ਕੋਲ, ਹੋਰ ਉਹਨਾਂ ਕੋਲ ਕੋਈ ਖਜ਼ਾਨਾ ਸੀਗਾ। ਬਾਕੀ ਆਪਾਂ ਸਾਰਾ ਉਹਨਾਂ ਕੋਲ ਲੈ ਲਿਆ। ਹਾਂਜੀ, ਮਤਲਬ ਹੁਣ ਤੁਸੀਂ ਸਾਰਾ ਕੁਝ ਜਿਹੜਾ ਹੈਗਾ ਉਹ ਤਖਤ ਸਾਹਿਬ ਦੇ ਹਵਾਲੇ ਕਰ ਦਿੱਤਾ ਸਾਰਾ ਕੁਝ ਲੈ ਲਿਆ ਜੀ। ਭਾਈ ਖੋਸਾ ਜੀ, ਮੈਂ ਤੁਹਾਡੇ ਕੋਲ ਆਉਣਾ ਚਾਹੁੰਦਾ। 3 ਸਿੰਘ ਭਾਈ ਖੋਸਾ ਜੀ, 3 ਸਿੰਘ ਜਿਹੜੇ ਉਹ ਜਿਨ੍ਹਾਂ ਦੇ ਕੋਲ ਪਾਵਰ ਹੈਗੀ ਆ, ਜਿਨ੍ਹਾਂ ਦੇ ਕੋਲ ਸਭ ਕੁਝ ਹੈਗਾ ਆ, ਉਹ ਜ਼ਿੰਮੇਵਾਰੀ ਆਪਣੀ ਨਹੀਂ ਨਿਭਾਉਂਦੇ। ਪਰ ਖੋਸਾ ਜੀ 3 ਸਿੰਘ ਜਾ ਕੇ ਸਾਰਾ ਕਾਰਜ ਨਿਪਰੇ ਚਾੜੇ ਆਉਂਦੇ ਆ, ਮਹੰਤ ਦੇ ਖਿਲਾਫ ਮੁਕੱਦਮਾ ਵੀ ਦਰਜ ਕਰਵਾਉਂਦੇ ਆ, ਔਰ ਤੰਗੀਆਂ ਤੁਰਸ਼ੀਆਂ ਚੋਂ ਨਿਕਲ ਕੇ ਸਾਰਾ ਕੁਝ ਕਰ ਆਉਂਦੇ ਆ। ਕੁਝ ਕਹਿਣਾ ਚਾਹੁੰਦੇ ਹੋ ਜਿਨ੍ਹਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਚੁਣਿਆ? ਦੇਖੋ ਜੀ, ਇੱਥੋਂ ਅੱਜ ਇਦਾਂ ਪ੍ਰਤੀਤ ਹੁੰਦਾ ਕਿ ਭਾਈ ਬਚਿੱਤਰ ਸਿੰਘ ਜੀ ਅੱਜ ਵੀ ਉਹਨਾਂ ਦੀ ਸੋਚ ਅੱਜ ਹਜੇ ਵੀ ਜਿੰਦਾ ਆ ਜੀ।
ਉਹ ਦੁਨੀ ਚੰਦ ਦੇ ਵਾਰਸ ਜਿਹੜੇ ਆ ਉਹ ਉੱਥੇ ਬੈਠੇ ਹੋਏ ਆ ਜੀ। ਆ ਸਾਰਾ ਕੁਝ ਸੁਣਨ ਤੋਂ ਬਾਅਦ ਮੈਨੂੰ ਤੇ ਇਹੀ ਪ੍ਰਤੀਤ ਹੋਇਆ ਵੀ ਦੁਨੀ ਚੰਦ ਦਾ ਲਾਣਾ ਜਿਹੜਾ ਦੁਨੀ ਚੰਦ ਉੱਥੇ ਕੜਾਹ ਪ੍ਰਸ਼ਾਦ ਬਹੁਤ ਛਕਦਾ ਸੀ ਨਾ ਦੁਨੀ ਚੰਦ ਰਾਸ਼ਨ ਪੂਰਾ ਛਕ ਜਾਂਦਾ ਸੀ ਤੇ ਰਾਸ਼ਨ ਤੇ ਗੁਰੂ ਘਰ ਦਾ ਇਹ ਛਕ ਰਿਹਾ ਦੁਨੀ ਚੰਦ ਦੀ ਔਲਾਦ ਪਰੰਤੂ ਗੁਰੂ ਵਾਸਤੇ ਕੌਣ ਜਾ ਰਿਹਾ ਆ ਕਿਰਤੀ ਉਹ ਪਰਲੇ ਵੀਰ ਨੂੰ ਮੈਂ ਪੁੱਛ ਕੇ ਹਟਿਆ ਜਿਹੜਾ ਮਧਰੇ ਕੱਦ ਦੇ ਹੈਗੇ ਆ ਉਹ ਕਹਿੰਦੇ ਜੀ ਮੈਂ ਲੱਕੜ ਦੀ ਕਿਰਤ ਕਰਦਾ ਭਾਈ ਲਾਲੋ ਵਾਲੀ ਕਿਰਤ ਇਹ ਵਿਚਾਰੇ ਵਿਚਾਲੜੇ ਜਿਹੜੇ ਹੈਗੇ ਆ ਇਹ ਆਪਦਾ ਆਟੋ ਚਲਾਉਂਦੇ ਆ ਇਹ ਵਿਚਾਰਾ ਦਵਿੰਦਰ ਸਿੰਘ ਜਿਹੜਾ ਸਾਹਮਣੇ ਜਿਹੜਾ ਮੇਨ ਰੋਲ ਅਦਾ ਕੀਤਾ ਇਹ ਆ ਬੋਲਾਂ ਵਗੈਰਾ ਛੋਟੀਆਂ ਬੋਲਾਂ ਕਿੱਟਾਂ ਵਗੈਰਾ ਛੋਟੇ ਬੱਚਿਆਂ ਦੇ ਖਿਡੌਣੇ ਵਗੈਰਾ ਇਦਾਂ ਦਾ ਕਰਕੇ ਆਪਦੀ ਦਸਾਂ ਦੀ ਕਿਰਤ ਮਤਲਬ ਹੁਣ ਇੱਥੋਂ ਫਿਰ ਪ੍ਰਤੀਤ ਹੁੰਦਾ ਵਾ ਕਿ ਕਰਨੀ ਪ੍ਰਧਾਨ ਆ ਇੱਥੇ ਇਹਨਾਂ ਨੇ ਕਰਨੀ ਪ੍ਰਧਾਨ ਸ਼ਾਬਾਸ਼ ਇਹਨਾਂ ਨੇ ਕਰਨੀ ਨੂੰ ਪ੍ਰਧਾਨ ਕੀਤਾ ਤੇ ਲੱਖ ਲਾਹਨਤ ਉਹਨਾਂ ਦੇ ਜਿਹੜੀਆਂ ਇੰਨੀਆਂ ਮਹਿੰਗੀਆਂ ਗੱਡੀਆਂ ਤੇ ਇੰਨਾ ਮਹਿੰਗਾ ਸਾਰਾ ਕੁਝ ਸਮਾਨ ਤੇ ਜ਼ਮੀਨਾਂ ਜਾਇਦਾਦਾਂ ਤੇ ਟਰਸਟਾਂ ਦੇ ਮਾਲਕ ਪਤਾ ਨਹੀਂ ਪ੍ਰਾਪਰਟੀਆਂ ਦਾ ਪਤਾ ਹੀ ਨਹੀਂ ਹੈਗਾ ਕਾਰਾਂ ਦਾ ਨਹੀਂ ਪਤਾ ਕਿੰਨਾ ਕੁਝ ਕੀ ਹੈ ਇੱਕ ਜੱਡ ਸੁਰੱਖਿਆ ਲਈ ਫਿਰਦੇ ਸਭ ਕੁਝ ਨਾਲ ਹਾਂਜੀ ਤੇ ਕੀਤਾ ਕੁਝ ਨਹੀਂ ਵਾਕਈ ਗੁਰੂ ਸਾਹਿਬ ਵਾਸਤੇ ਕੁਝ ਨਹੀਂ ਕੀਤਾ ਗੁਰੂ ਸਾਹਿਬ ਦੀ ਧਰਤੀ ਜਿਹੜੀ ਆ ਚਰਨ ਛੋਹ ਧਰਤੀ ਆ ਉਹ ਸਥਾਨ ਵੀ ਆ ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਸੀ ਗੁਰੂ ਸਾਹਿਬ ਦੇ ਪਾਵਨ ਸਰੂਪ ਤਾਂ ਲੈ ਗਿਆ ਤਖਤ ਸਾਹਿਬ ਤੇ ਹੁਣ ਉਹ ਜਗ੍ਹਾ ਉਹ ਸਥਾਨ ਦਾ ਕੀ ਕੀਤਾ ਜਾਏਗਾ ਉੱਥੇ ਤਾਂ ਫਿਰ ਮਨਮਤ ਘੋਰ ਚੱਲੇਗੀ ਨਾ ਸਥਾਨ ਗੁਰੂ ਸਾਹਿਬ ਦੇ ਨਾਲ ਆ ਅਸਲ 'ਚ ਕਨਫਿਊਜ਼ਨ ਕ੍ਰੀਏਟ ਹੋਈ ਆ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਥੇ ਹੀ ਹੈ ਠੀਕ ਹੈ ਜੀ ਉੱਥੇ ਹੀ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਟਨਾ ਸਾਹਿਬ ਵਾਲਿਆਂ ਨੇ ਉੱਥੇ ਕਿਉਂ ਕੀਤਾ ਕਿਉਂਕਿ 2200 ਏਕੜ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੀ ਉੱਥੇ ਜ਼ਮੀਨ ਆ ਉਦੋਂ ਦੇ ਰਾਜੇ ਨੇ ਗੁਰੂ ਨਾਨਕ ਸਾਹਿਬ ਦੇ ਨਾਂ ਕੀਤੀ ਹੋਈ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਂ ਆ ਹੁਣ ਮਹੰਤ ਦਾ ਪ੍ਰੋਗਰਾਮ ਇਹ ਸੀ ਵੀ ਇੱਥੋਂ ਗੁਰੂ ਗ੍ਰੰਥ ਸਾਹਿਬ ਨੂੰ ਇਦਾਂ ਕਰ ਦਿੱਤਾ ਜਾਵੇ ਪਾਸੇ ਤੇ ਜ਼ਮੀਨ ਹਥਿਆ ਲਈ ਜਾਵੇ ਜਿਹੜੀ ਆਪਣਾ ਤਖ਼ਤ ਸ੍ਰੀ ਪਟਨਾ ਸਾਹਿਬ ਦਾ ਬੋਰਡ ਆ ਉਹਦਾ ਹੈਗਾ ਕਿ ਗੁਰੂ ਗ੍ਰੰਥ ਸਾਹਿਬ ਇੱਥੇ ਪ੍ਰਕਾਸ਼ ਕਰ ਲਿਆ ਜਾਵੇ ਤੇ ਜ਼ਮੀਨ ਲੈ ਲਈ ਜਾਵੇ ਜਿੱਦਣ ਪਹਿਲੇ ਦਿਨ ਆਏ ਆ ਮੇਰੀ ਗੱਲ ਹੋਈ ਉਹਨਾਂ ਨਾਲ ਦਵਿੰਦਰ ਸੋਹਣਾ ਨਾਲ ਹੋਈ ਉਹ ਕਹਿੰਦੇ ਜੀ ਨਹੀਂ ਸਾਡਾ ਤੇ ਬਾਬਾ ਜੀ ਹੋ ਗਿਆ ਸਾਡੀ ਜ਼ਮੀਨ ਦੀ ਗੱਲ ਆ ਤੇ ਜੇ ਪਰਚਾ ਇਹ ਕਰਾ ਦੇਣ ਤੇ ਬਹੁਤ ਚੰਗੀ ਗੱਲ ਆ ਜੇ ਪਰਚਾ ਇਹ ਕਰਾ ਦੇਣ ਤੇ ਬਹੁਤ ਚੰਗੀ ਗੱਲ ਆ ਪਰਚਾ ਇਹ ਕਰਾਉਣ ਜ਼ਮੀਨ ਅਸੀਂ ਸਾਂਭਣੀ ਆ ਉਹਨਾਂ ਨੂੰ ਧਰਮ ਪਿਆਰਾ ਨਹੀਂ ਹੈਗਾ ਉਹਨਾਂ ਨੂੰ ਤੇ ਧਨ ਪਿਆਰਾ ਹੋਇਆ ਜੇ ਜ਼ਮੀਨ ਦੀ ਉਹਨਾਂ ਨੂੰ ਨਾ ਹੁੰਦੀ ਜ਼ਮੀਨ ਦਾ ਪਿਆਰ ਨਾ ਹੁੰਦਾ ਤੇ ਫਿਰ ਇਹ ਉਹ ਬਹੁਤ ਕੁਝ ਕਰਦੇ ਸਾਰਾ ਕੁਝ ਕਰਦੇ ਹੁਣ ਉਹਨਾਂ ਨੇ ਦੱਸਿਆ ਵੀ ਜਿਹੜਾ ਬੈੱਡ ਭੇਜਿਆ ਵੀ ਉਹਨੂੰ ਸੇਕ ਲੱਗੀ ਹੋਈ ਆ ਇੱਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਰੂਪ ਆ ਸਵੇਰੇ ਅੰਮ੍ਰਿਤ ਵੇਲੇ ਅਸੀਂ ਮੋਢਾ ਦੇਣ ਨੂੰ ਤਰਸਦੇ ਹਾਂ ਇੱਕ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆ ਜਿਹੜਾ ਅਸੀਂ ਪੈਰਾਂ 'ਚ ਰੱਖ ਕੇ ਤੁਰਿਆ ਜਾਂਦਾ ਦੇਖ ਰਹੇ ਹਾਂਗੇ ਜਿਹਦੇ ਉੱਤੇ ਪੈਰ ਰੱਖ ਕੇ ਸਾਹ ਤੁਰਿਆ ਜਾਂਦਾ ਇਤੀ ਮਾਰ ਪਈ ਕਰ ਲਾਣੇ ਤੈਂ ਕੀ ਦਰਦ ਨਾ ਆਇਆ ਕੀ ਇਹਨਾਂ ਜਥੇਦਾਰਾਂ ਦੇ ਡੇਲੇ ਕੰਮ ਨਹੀਂ ਕਰਦੇ ਕਿ ਜਿਹੜੇ ਬੰਦੇ ਉੱਥੇ ਉਹਦਾ ਪਰਿਵਾਰ ਹੀ ਇੱਕ ਹੈਗਾ ਸ਼੍ਰੋਮਣੀ ਕਮੇਟੀ ਮੈਂਬਰ ਉਹ 3-4 ਪੇ ਪੁੱਤ ਤੇ ਪੋਤੇ ਤੱਕ ਉਹ ਕਿਸੇ ਨੂੰ ਲਾਗੇ ਨਹੀਂ ਲੱਗਣ ਦਿੰਦੇ ਪਾਲਕੀ ਸਾਹਿਬ ਦੇ ਕਿ ਉਹਨਾਂ ਦੇ ਅੱਖਾਂ ਨੂੰ ਫੁੱਲ ਆਏ ਹੋਏ ਉਹਨਾਂ ਨੂੰ ਦੱਸਦਾ ਨਹੀਂ ਹੈਗਾ ਕਿ ਗੁਰੂ ਗ੍ਰੰਥ ਸਾਹਿਬ ਨਾਲ ਕੀ ਹੋ ਰਿਹਾ ਅੱਛਾ ਇੱਕ ਚਲਾਣਾ ਕਰ ਗਏ ਸੱਜਣ ਸਭਨਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ ਸਾਰਿਆਂ ਨੇ ਚਲੇ ਜਾਣਾ ਪਰੰਤੂ ਉਹਨਾਂ ਨੂੰ ਫੋਨ ਕਰਕੇ ਮਰ ਗਏ ਉਹਨਾਂ ਨੇ ਫੋਨ ਨਹੀਂ ਚੱਕਿਆ ਹੁਣ ਕੀ ਹੋਇਆ ਹੁਣ ਤੇ ਸੰਸਾਰ ਹੀ ਛੱਡਣਾ ਪੈ ਗਿਆ ਇਹੀ ਸੀ ਨਾ ਜੇ ਫੋਨ ਚੱਕਾਂਗੇ ਤਾਂ ਕੋਈ ਗੱਲ ਕਰਨੀ ਪਏਗੀ ਤੇ ਇਹ ਪਤਾ ਹੀ ਨਹੀਂ ਹੈਗਾ ਕਦੋਂ ਚਲੇ ਜਾਣਾ ਇਸ ਕਰਕੇ ਇਹ ਜਿਹੜੀ ਸਾਡੀ ਹੰਬਲ ਰਿਕੁਐਸਟ ਆ ਇਹਨਾਂ ਨੂੰ ਸਾਰਿਆਂ ਨੂੰ ਵੀ ਸੁਧਰ ਜਾਓ ਚੰਗਾ ਕਰਕੇ ਜਾਈਏ ਪਤਾ ਨਹੀਂ ਕਦੋਂ ਇੱਥੋਂ ਬੁਲਾਵਾ ਆ ਜਾਣਾ ਤੇ ਕਦੋਂ ਚਲੇ ਜਾਣਾ ਦੂਸਰੀ ਜਿਹੜੀ ਤੁਹਾਡੇ ਚੈਨਲਾਂ ਨਾਲ ਅਸੀਂ ਬੇਨਤੀ ਕਰਨਾ ਚਾਹੁੰਦੇ ਜਿਹੜੇ ਸਾਡੇ ਤਖਤਾਂ ਤੇ ਕਾਬਜ ਹੈਗੇ ਹੈਪੀ ਭਾਜੀ ਹੁਣੀ ਉਹ ਕਹਿੰਦੇ ਸੀ ਸਤਿਕਾਰ ਕਮੇਟੀਆਂ ਅਸੀਂ ਖਤਮ ਕਰ ਦਿੱਤੀਆਂ ਕਰਤੀਆਂ ਸੀ 2020 'ਚ ਲਗਾਤਾਰ ਨਿਰੰਤਰ ਗਾਹੇ ਬਗਾਹੇ ਹਰ ਦੂਜੇ ਚੌਥੇ ਦਿਨ ਸਤਿਕਾਰ ਕਮੇਟੀਆਂ ਦੇ ਸਿੰਘ ਤੇ ਬਾਕੀ ਜਥੇਬੰਦੀਆਂ ਦੇ ਸਿੰਘ ਰਲ ਮਿਲ ਕੇ ਸੇਵਾਵਾਂ ਕਰ ਰਹੇ ਕਿਰਤੀ ਸਿੱਖ ਜਿਹੜਾ ਤੁਸੀਂ ਕਹਿ ਰਹੇ ਸੀ ਅਸੀਂ ਇੱਥੋਂ ਤਿਆਰ ਕਰਾਂਗੇ ਉਹ ਕਿੱਥੇ ਗਈਆਂ ਅੱਜ ਤੁਹਾਡੇ ਵਾਲੀ ਫੌਜ ਕਿਉਂ ਨਹੀਂ ਗਈ ਪਟਨਾ ਸਾਹਿਬ ਨੂੰ ਟਾਸਕ ਫੋਰਸ ਲੋਕਾਂ ਦੇ ਹੱਡ ਤੋੜਨ ਵਾਸਤੇ ਆ ਹੁਣੇ ਮੈਨੂੰ ਦੱਸਿਆ ਸੀਗਾ ਕਿ ਨਿਹੰਗ ਸਿੰਘ ਦੇ ਉੱਤੇ ਪਰਚਾ ਕਰਾਤਾ ਉੱਥੇ ਹਾਂਜੀ ਕਦੇ ਕਿਸੇ ਤੇ ਪਰਚਾ ਕਰਾਤਾ ਕਦੇ ਲੋਕਾਂ ਨੌਜਵਾਨ ਜਿਹੜੇ 328 ਸਰੂਪ ਦਾ ਹਿਸਾਬ ਮੰਗਦੇ ਉਹਨਾਂ ਦੇ ਹੱਡ ਤੋੜ ਦਿੱਤੇ ਸਭ ਕੁਝ ਕਰ ਦਿੱਤਾ ਤੇ ਸਾਧ ਵੱਲ ਨੂੰ ਮੂੰਹ ਕਰਨੋਂ ਤੁਹਾਨੂੰ ਮੌਤ ਪੈਂਦੀ ਹੈ ਉਧਰ ਨੂੰ ਕਿਉਂ ਨਹੀਂ ਜਾਂਦੀ ਤੁਹਾਡੀ ਟਾਸਕ ਫੋਰਸ ਇਸ ਕਰਕੇ ਇਹਨਾਂ ਲਈ ਤੇ ਇਹ ਗੱਲ ਹੈਗੀ ਆਪ ਨਾ ਦੇ ਚੁਰੂ ਭਰ ਪਾਣੀ ਤਹਿ ਨਿੰਦੇ ਜੇ ਗੰਗਾ ਨਹੀਂ ਇਹਨਾਂ ਸਿੰਘਾਂ ਨੇ ਬੜਾ ਵੱਡਾ ਕਾਰਜ ਕੀਤਾ ਹੈਗਾ ਔਰ ਮੈਂ ਅੱਜ ਤੱਕ ਕਦੇ ਇਹ ਨਹੀਂ ਬੋਲਿਆ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਇਹਨਾਂ ਕਿਰਤੀ ਸਿੱਖਾਂ ਦਾ ਹੁਣ ਸੰਗਤਾਂ ਨੂੰ ਸਪੋਰਟ ਕਰਨੀ ਪਊਗੀ ਬਿਹਾਰ ਜਾਣਾ ਸੌਖੀ ਗੱਲ ਨਹੀਂ ਹੈ ਮੈਂ ਵੈਸੇ ਫੇਸਬੁੱਕ ਤੇ 2500 ਕਿਲੋਮੀਟਰ ਲਿਖ ਬੈਠਾ ਸੀ ਮੈਂ ਅੱਜ ਮੁਆਫੀ ਵੀ ਮੰਗਦਾ ਕਰੈਕਟ ਜਿਹੜਾ 1552 ਕਿਲੋਮੀਟਰ ਹੈਗਾ ਇੱਥੋਂ
1552 ਕਿਲੋਮੀਟਰ ਜਾਣਾ ਕੋਈ ਥੋੜੀ ਗੱਲ ਆ। ਖਾਲਾ ਜੀ ਦਾ ਵਾੜਾ, ਫਿਰ 3 ਸਿੰਘ, ਫਿਰ ਕਹਿ ਕੇ ਨਾ ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ ਮੌਤ ਨੂੰ ਘੂਰ ਬੁਲਾਵੇ ਤੇਰਾ ਖਾਲਸਾ, ਉਹ ਇਹ ਖਾਲਸਾ। ਹੁਣ ਕਈਆਂ ਨੇ ਲਿਖਿਆ ਸੀ ਕੀ ਤੁਹਾਡੇ ਸਿੰਘ ਆਪ ਹੀ ਪਰਚਾ ਕਰਾ ਕੇ ਆ ਗਏ। ਭਾਈ ਜੇ ਘਰੇ ਬਹਿ ਕੇ ਫੇਸਬੁੱਕਾਂ ਤੇ ਕਮੈਂਟ ਕਰਨੇ ਬੜੇ ਸੌਖੇ ਆ, ਪਤਾ ਉਦੋਂ ਲੱਗਦਾ ਜਦੋਂ ਮੈਦਾਨੇ ਜੰਗ 'ਚ ਨਿੱਤਰਨਾ ਪੈਂਦਾ। 3 ਸਿੰਘਾਂ ਦੀ ਔਕਾਤ ਕੀ ਹੁੰਦੀ ਆ। ਬਾਕੀ ਤੁਸੀਂ ਵੇਖੋ ਵੀ ਇਹਨਾਂ ਦੀ ਪੂੰਜੀ, ਮੈਂ ਇਹ ਕੋਈ ਮੰਗਣ ਵਾਸਤੇ ਨਹੀਂ, ਮੈਂ ਉਹਨਾਂ ਲੋਕਾਂ ਨੂੰ ਜਣਾਇਆ ਦਸਾਇਆ ਹੈ ਕਿ ਜਿਹੜੇ ਲੋਕ ਆਪਦੇ ਧੜੇ ਨੂੰ ਰਿਪਰੈਜ਼ੈਂਟ ਕਰਦੇ ਹੋਏ ਗੁਰੂ ਕੇ ਸਿੱਖਾਂ ਦੀ ਤੁਹੀਨ ਕਰਨ ਲੱਗਿਆਂ ਮਿੰਟ ਨਹੀਂ ਲਾਉਂਦੇ। ਵੀ ਤੁਸੀਂ ਇਹਨਾਂ ਦੀ ਕਿਰਤ ਵੇਖੋ ਤੇ ਆਪਣੀ ਜਿਹੜੀ ਪਾਪ ਦੀ ਕਮਾਈ ਆ ਉਹਦੇ ਨਾਲ ਕੰਪੈਰੀਜ਼ਨ ਕਰਕੇ ਵੇਖੋ ਵੀ ਤੁਸੀਂ ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆਂ ਸਾਥ ਨਾ ਜਾਈ ਵਾਲਾ ਕੰਮ ਤੇ ਕਰੀ ਜਾਂਦੇ ਹੋ, ਇਕੱਠਾ ਕਿੰਨਾ ਕੀਤਾ ਹੋਇਆ, ਪਰ ਗੁਰੂ ਨੂੰ ਇਹ ਤੇ ਤੁਸੀਂ ਕਰਦੇ ਕਿਉਂ? ਇਹਨਾਂ ਤੇ ਦੂਸ਼ਣ ਲਾਉਣ ਲੱਗਿਆ। ਸੋ ਇਸ ਕਰਕੇ ਇਹ ਵਧਾਈ ਦੇ ਪਾਤਰ ਆ ਵੀਰ ਜਿਨ੍ਹਾਂ ਨੇ ਇਹ ਕਰਿਆ। ਅਗਾਂਹ ਵਾਸਤੇ ਵੀ ਅਸੀਂ ਸਾਰੇ ਜਾਣੇ ਇਦਾਂ ਹੀ ਰਲ ਮਿਲ ਕੇ ਇਹ ਗੱਲ ਨੂੰ ਤੋਰਦੇ ਰਹੀਏ ਤੇ ਸੱਚੇ ਪਾਤਸ਼ਾਹ ਪੰਚਮ ਪਾਤਸ਼ਾਹ ਦਾ ਗੁਰਦੁਆਰਾ ਗੰਗਸਰ ਸਾਹਿਬ ਪਾਤਸ਼ਾਹੀ ਪੰਜਵੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਨਮੁਖ ਜਿੰਨਾ ਕੁ ਅਸੀਂ ਕਰ ਸਕੇ ਹਾਂ ਉਹਨਾਂ ਦਾ ਸ਼ੁਕਰਾਨਾ ਕੀਤਾ ਹੈਗਾ ਤੇ ਸਿੰਘਾਂ ਨੂੰ ਜੀ ਆਇਆਂ ਆਖਿਆ ਹੈਗਾ। ਸਾਰੀਆਂ ਸੰਗਤਾਂ ਦਾ, ਸਾਰੇ ਮੀਡੀਆ ਦਾ ਤੇ ਗੁਰੂ ਸਾਹਿਬ ਦਾ ਕੋਟਾ ਅਨਕੋਟ ਸ਼ੁਕਰ ਹੈ। ਮਹਾਰਾਜ ਕਿਰਪਾ ਕਰੀ ਇਹ ਗਰੀਬ ਸਿੱਖਾਂ ਨੂੰ ਇਸੇ ਤਰ੍ਹਾਂ ਹੀ ਆਪਦੇ ਗਲ ਨਾਲ ਲਾ ਕੇ ਰੱਖਿਓ ਤੇ ਸਾਨੂੰ ਸੇਵਾਵਾਂ ਬਖਸ਼ਦੇ ਰਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਨਾਲ ਨੋਬਲਜੀਤ ਸਿੰਘ ਜੀ ਵੀ ਹੈਗੇ ਨੇ ਆਵਾਜ਼ੇ ਕੌਮ ਜਥੇਬੰਦੀ ਦੇ, ਆਪਾਂ ਥੋੜੀ ਜਿਹੀ ਗੱਲਬਾਤ ਉਹਨਾਂ ਨਾਲ ਵੀ ਕਰ ਲੈਂਦੇ ਆ। ਨੋਬਲਜੀਤ ਸਿੰਘ ਜੀ, ਕਿਰਤੀ ਸਿੰਘ ਗੱਡੀ ਲੈ ਕੇ ਜਾਂਦੇ ਆ ਗੁਰੂ ਦੇ ਪਿਆਰ ਦੇ ਵਿੱਚ ਭਿੱਜੇ ਹੋਏ, ਪੰਜਾਬ ਤੋਂ ਚੱਲ ਕੇ ਬਿਹਾਰ। ਮਤਲਬ ਆਪਾਂ ਵੀ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਰਹੇ ਵਿੱਚ, ਕਈ ਵਾਰੀ ਗੱਲਾਂ ਹੁੰਦੀਆਂ ਰਹੀਆਂ ਕਿ ਤੁਸੀਂ ਵੀ ਆ ਜਾਓ। ਅਸੀਂ ਮਤਲਬ ਜਾਣ ਤੋਂ ਪਹਿਲਾਂ 100 ਵਾਰੀ ਸੋਚਦੇ ਸੀਗੇ ਕਿ ਜਾਈਏ ਨਾ ਜਾਈਏ, ਜਾਈਏ ਨਾ ਜਾਈਏ, ਪਰ ਇਹਨਾਂ ਨੇ ਕਿਸੇ ਨੂੰ ਨਹੀਂ ਪੁੱਛਿਆ, ਚੁੱਪ ਕਰਕੇ ਚਲੇ ਗਏ। ਗੱਡੀ ਵੀ ਕਿਸੇ ਦੀ ਲੈ ਕੇ ਗਏ। ਮਤਲਬ ਹੁਣ ਜਦੋਂ ਗੱਲਾਂ ਭਾਈ ਖੋਸਾ ਜੀ ਕਰ ਰਹੇ ਸੀ ਮੇਰੇ ਮਨ 'ਚ ਖਿਆਲ ਇਹ ਆ ਰਿਹਾ ਸੀਗਾ ਕਿ ਸੰਗਤ ਨੂੰ ਆਖੀਏ ਵੀ ਘੱਟੋ ਘੱਟ ਗੱਡੀ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਜਿੱਥੇ ਕੋਈ ਇਦਾਂ ਦੀ ਗੱਲਬਾਤ ਹੁੰਦੀ ਹੈਗੀ ਤੇ ਨਾਲ ਲਿਆ ਸਕਣ ਜਾਂ ਸੇਵਾਵਾਂ ਹੋ ਸਕਣ, ਹੈ ਨਾ ਭਈ ਕੁਛ ਨਾ ਕੁਛ ਤੇ ਸਿੰਘਾਂ ਦੀ ਪਿੱਠ ਥਾਪੜਨੀ ਚਾਹੀਦੀ ਹੈ ਨਾ ਜੀ। ਕੁਛ ਚੱਲਦਾ ਅੰਦਰ ਤੁਹਾਡੇ? ਦੇਖੋ, ਇਹ ਜਿਹੜਾ ਕਾਰਜ ਕੀਤਾ ਉਹਦੇ ਤੇ ਇੱਕ ਭਾਵਕ ਜਿਹਾ ਪ੍ਰਤੀਕਰਮ ਆ ਇਸ ਗੱਲ ਦੇ ਉੱਤੇ, ਕਿਉਂਕਿ ਜਿੱਡੀ ਵੱਡੀ ਇਹ ਗੱਲ ਆ ਨਾ ਕਿ ਹਰ ਇੱਕ ਸਿੱਖ ਦੇ ਅੰਦਰ ਗੁਰੂ ਸਾਹਿਬ ਵੱਸਦੇ ਆ ਤੇ ਅਸੀਂ ਗੁਰੂ ਸਾਹਿਬ ਦੇ ਅੱਗੇ ਅਰਦਾਸ ਵੀ ਕਰਦੇ ਆ ਹਰ ਟਾਈਮ, ਉਹਨਾਂ ਨੂੰ ਹਾਜ਼ਰ ਨਾਜ਼ਰ ਜਾਣਦੇ ਆ, ਆਪਣੇ ਦੁੱਖ ਦਰਦ ਸਾਰਾ ਕੁਝ ਉਹਨਾਂ ਗੁਰੂ ਸਾਹਿਬ ਨਾਲ ਸਾਂਝੇ ਕਰਦੇ ਆ ਅਸੀਂ। ਪਰ ਜਿਹੜਾ ਇਹ ਘਟਨਾ ਸੀਗੀ, ਮੈਂ ਤੁਹਾਨੂੰ ਸੱਚ ਦੱਸਾਂ ਵੀ ਕਿਸੇ ਜਗ੍ਹਾ ਨਾ ਫੇਸਬੁੱਕ ਤੇ ਵੀ ਦੇਖਣਾ ਵੀ ਬੇਅਦਬੀ ਹੋ ਰਹੀ ਹੈ ਨਾ, ਵੀ ਮਤਲਬ ਹੌਸਲਾ ਨਹੀਂ ਪੈਂਦਾ, ਕਿਸੇ ਵੇਲੇ ਪੋਸਟ ਅੱਗੇ ਕੱਢਣੀ ਪੈਂਦੀ ਆ। ਪਰ ਇਹ ਜਦੋਂ ਜਾਣ ਤੋਂ ਪਹਿਲਾਂ ਦਵਿੰਦਰ ਸਿੰਘ ਨਾਲ ਗੱਲ ਹੋਈ ਨਾ ਤੇ ਇਹਨਾਂ ਨੇ ਜਦੋਂ ਇਹ ਦੱਸਿਆ ਵੀ ਇਹ ਘਟਨਾ ਇਦਾਂ ਹੈਗੀ ਆ ਤੇ ਉਦੋਂ ਕੋਈ ਇੰਨਾ ਜ਼ਿਆਦਾ ਉਹਦੇ ਵਿੱਚ ਅਸੀਂ ਉਹਨੂੰ ਨਹੀਂ ਦਿੱਤਾ, ਗੱਲ ਨੂੰ ਤਵੱਜੋ ਨਹੀਂ ਦਿੱਤੀ। ਪਰ ਜਿੱਦਾਂ ਜਿੱਦਾਂ ਇਹਨਾਂ ਦੇ ਕਦਮ ਜਿਹੜੇ ਆ ਉਹ ਉਧਰ ਨੂੰ ਵੱਧਦੇ ਗਏ, ਉੱਦਾਂ ਜਿਹੜੇ ਧਰਮੀ ਸਿੰਘ ਸੀ ਉਹਨਾਂ ਦਾ ਜਿਹੜਾ ਇੰਟਰਸਟ ਵੀ ਉਹ ਉਸ ਗੱਲ ਵੱਲ ਵੱਧਦਾ ਗਿਆ ਤੇ ਬੜਾ ਜ਼ੋਰ ਲੱਗਾ ਇਹ ਸਾਰੀ ਗੱਲ ਨੂੰ। ਬੜੀ ਦੇਖੋ, ਅਸੀਂ ਕਹਿ ਤਾਂ ਦਿੰਨੇ ਸਾਡੀ ਮਤਲਬ 2 ਕਰੋੜ ਕੌਮ ਆ ਤੇ ਪਰ ਇਹ ਅਸੀਂ ਦੇਖੀ ਵੀ ਉਹ ਕੌਮ ਦੇ ਵਿੱਚ ਜਦੋਂ ਕੌਮ ਦਾ ਗੁਰੂ, ਉਹਦਾ ਰਹਿਬਰ, ਉਹਦੀ ਜਿੱਦਾਂ ਜਦੋਂ ਇੰਨੀ ਤੋਹੀਨ ਜਾਂ ਬੇਅਦਬੀ ਕੀਤੀ ਜਾਂਦੀ ਫਿਰ ਕਿੰਨੇ ਜਾਣੇ ਉੱਠ ਕੇ ਜਾਂਦੇ ਆ। ਦਰਦ ਕਿੰਨਾ ਕੁ ਹੁੰਦਾ? ਚਾਹੀਦਾ ਇਹ ਸੀਗਾ ਵੀ ਇੱਥੋਂ ਕੌਮ ਪੰਜਾਬ ਚੋਂ ਮਤਲਬ ਲੱਖਾਂ ਦੇ ਹਿਸਾਬ ਨਾਲ ਚੱਲ ਜਾਂਦੀ ਉਸ ਜਗ੍ਹਾ ਦੇ ਉੱਤੇ। ਪਰ ਜਿਹੜਾ 47 ਤੋਂ ਬਾਅਦ ਇੱਥੇ ਜੋ ਸਿਸਟਮ ਚੱਲ ਰਿਹਾ, ਜਿਹੜੀ ਕੌਮ ਦੇ ਉੱਤੇ ਖੋਤੀ ਲੀਡਰਸ਼ਿਪ ਜਿਹੜੀ ਕਾਬਜ ਆ ਅੱਜ, ਭਲਾ ਉਹ ਅਕਾਲੀ ਦਲ ਬਾਦਲ ਆ, ਭਲਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਇਹਨਾਂ ਨੇ ਕੌਮ ਨੂੰ ਬਹੁਤ ਬੁਰੀ ਤਰ੍ਹਾਂ ਜਕੜਿਆ ਹੋਇਆ। ਇਹ ਸਾਡਾ ਸਰਮਾਇਆ ਨਹੀਂ ਲੁੱਟ ਰਹੇ, ਇਹ ਹਰ ਜਿਹੜਾ ਸਿੱਖ ਆ ਉਹਦੇ ਮਨ ਨੂੰ ਵੀ ਗੰਭੀਰ ਜ਼ਖਮੀ ਕਰ ਰਹੇ ਆ ਇਹ। ਕਿਉਂਕਿ ਇਹਨਾਂ ਦੀਆਂ ਤੁਸੀਂ ਸਾਰੀਆਂ ਗੱਲਾਂ ਦੇਖੋ, ਕੱਲ ਵੀ ਇਹਨਾਂ ਨੇ ਬੜਾ ਖੇਖੜ ਕੀਤਾ, ਜਿਹੜਾ ਇਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਬੜੇ ਕਾਲੇ ਚੋਲੇ ਪਾਲੇ। ਇਹ ਤਾਂ ਪਹਿਲਾਂ ਹੀ ਅੰਦਰੋਂ ਕਾਲੇ ਆ, ਇਹਨਾਂ ਨੂੰ ਕੋਈ ਕਾਲੇ ਚੋਲੇ ਪਾਉਣ ਦੀ ਲੋੜ ਨਹੀਂ, ਇਹ ਅੰਦਰੋਂ ਕਾਲੇ ਆ, ਧੁਰੋਂ ਕਾਲੇ ਆ। ਜਿਹੜੇ ਗੁਰੂ ਦੇ ਨਹੀਂ ਮਿੱਤ, ਉਹ ਬੰਦੀ ਸਿੰਘਾਂ ਦੇ ਕਿੱਥੇ ਮਿੱਤ ਹੋਣਗੇ? ਇਹ ਗੱਲਾਂ ਦੇਖੋ, ਇਹ ਇੱਕ ਮਸਲਾ ਨਹੀਂ, ਕਿੰਨੇ ਮਸਲੇ। ਮੈਂ ਤਾਂ ਦਵਿੰਦਰ ਸਿੰਘ ਹੁਣਾਂ ਨੂੰ ਪਿਛਲੇ ਮੈਨੂੰ ਲੱਗਦਾ ਵੀ 15-20 ਸਾਲਾਂ ਤੋਂ ਇਹਨਾਂ ਨੂੰ ਦੇਖ ਰਿਹਾ। ਇਹਨਾਂ ਤੋਂ ਪਹਿਲਾਂ ਹੋਰ ਵੀ ਸਿੰਘ ਹੈਗੇ ਆ, ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾਵਾਂ ਆ, ਹਜ਼ਾਰਾਂ ਹੀ ਮਸਲੇ ਆ ਤੇ ਇਹਨਾਂ ਨੂੰ ਇੱਕ ਵੀ ਨਹੀਂ ਦੀਦਾ। ਹੁਣ ਇਹ ਗਿਆਨੀ ਹਰਪ੍ਰੀਤ ਸਿੰਘ ਆ, ਇੱਥੇ 3 ਪੰਜਾਬ ਦੇ ਤਖਤ ਆ,
ਕਰੋੜਾਂ ਅਰਬਾਂ ਖਰਮਾਂ ਦਾ ਸਰਮਾਇਆ ਆ ਥੱਲੇ, ਇੰਨੀਆਂ ਵੱਡੀਆਂ ਜ਼ਮੀਨ ਦਾ ਜਾਇਦਾਦਾਂ, ਇੰਨੀਆਂ ਵੱਡੀਆਂ ਬੱਸਾਂ ਟਰਾਂਸਪੋਰਟਾਂ ਆ, ਉਹ ਕਾਹਦੇ ਲਈ ਆ? ਜੇ ਅਸੀਂ ਇੱਕ ਸਰੂਪ ਨਹੀਂ ਉੱਥੋਂ 4 ਸਰੂਪ ਨਹੀਂ ਇੱਥੇ ਲਿਆ ਸਕਦੇ, ਲਿਜਾ ਸਕਦੇ, ਇਹ ਕੁਝ ਕਰ ਨਹੀਂ ਸਕਦੇ। ਪਿਛਲੇ ਸਮੇਂ 'ਚ ਇਹਨਾਂ ਨੇ ਰੱਦ ਕੀਤੀਆਂ ਕਮੇਟੀਆਂ, ਇਹ ਕਹਿੰਦੇ ਅਸੀਂ ਬਣਾਵਾਂਗੇ। ਅੱਜ ਤੱਕ ਮੈਂ ਕਹਿੰਦਾ ਵੀ ਗਿਆਨੀ ਹਰਪ੍ਰੀਤ ਸਿੰਘ ਦੱਸੇ 2 ਸਾਲ ਦਾ ਜਿਹੜੀਆਂ ਇਹਨਾਂ ਨੇ ਕਮੇਟੀਆਂ ਬਣਾਈਆਂ ਉਹਨਾਂ ਦਾ ਦੱਸੇ ਵੀ ਉਹਨਾਂ ਨੇ ਕੀਤਾ ਕੀ। ਫਿਰ ਅਸੀਂ ਜਿਹੜੀਆਂ ਇਹ ਕਮੇਟੀਆਂ ਨੇ ਜੋ ਕੀਤਾ ਅਸੀਂ ਵੀ ਉਹਦੇ ਬਰਾਬਰ ਰੱਖ ਦੇਵਾਂਗੇ ਕਿ ਝੂਠ। ਮਤਲਬ ਇਹਨਾਂ ਨੇ ਠੇਕਾ ਲਿਆ ਕੌਮ ਨੂੰ ਗੁੰਮਰਾਹ ਕਰਨ ਦਾ, ਪੂਰੀ ਠੇਕੇਦਾਰੀ ਨਿਭਾ ਰਹੇ ਆ ਇਹ ਕੌਮ ਨੂੰ ਗੁੰਮਰਾਹ ਕਰਨ ਦੀ। ਪਰ ਮੈਂ ਤੁਹਾਡੇ ਚੈਨਲਾਂ ਦੇ ਜ਼ਰੀਏ ਮੈਂ ਕੌਮ ਨੂੰ ਇਹ ਬੇਨਤੀ ਕਰਦਾ ਵੀ ਜਾਗੋ। ਜਿੱਥੇ ਅੱਜ ਬਾਦਲਾਂ ਨੂੰ ਅਸੀਂ ਘਰ ਬਿਠਾਇਆ, ਉੱਥੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਬੰਦਾ ਅਸੀਂ ਘਰ ਬਿਠਾਣਾ। ਇਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਐਦਾਂ ਦੇ ਧਰਮੀ ਸਿੰਘ ਚਾਹੀਦੇ ਆ ਜਿਨ੍ਹਾਂ ਦੇ ਅੰਦਰ ਗੁਰੂ ਦਾ ਤੇਹ ਤੇ ਪਿਆਰ ਆ। ਤੇ ਸਾਡੀ ਆਖਰ ਵਿੱਚ ਇਹੀ ਇੱਛਾ ਆ ਵੀ ਕੌਮ ਦੇ ਜਿਹੜੀ ਇਹ ਸਿੱਖ ਕੌਮ ਆ, ਇਹ ਤੇ ਕੌਮੀ ਬੰਦੇ ਕਾਬਜ ਹੋਣੇ ਚਾਹੀਦੇ, ਨਾ ਕਿ ਉਹ ਦੋਗਲੇ ਬੰਦੇ ਜਿਹੜੇ ਸਭ ਤੋਂ ਪਹਿਲਾਂ ਸੁਖਬੀਰ ਬਾਦਲ ਵਰਗੇ ਬੰਦੇ ਜਿਹੜੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਹਿੰਦੁਸਤਾਨੀ ਆ। ਉਹਨੇ ਕੁਝ ਦਿਨ ਪਹਿਲਾਂ ਸਟੇਟਮੈਂਟ ਦਿੱਤੀ, ਜਦ ਕਿ 1947 ਦੇ ਵਿੱਚ ਵੀ ਮਾਸਟਰ ਤਾਰਾ ਸਿੰਘ ਦੀ ਇਹ ਸਟੇਟਮੈਂਟ ਸੀਗੀ ਵੀ ਅਸੀਂ ਪਹਿਲਾਂ ਵੀ ਸਿੱਖ ਹਾਂ, ਅਸੀਂ ਬਾਅਦ ਵੀ ਸਿੱਖ ਹਾਂ। ਸਿੱਖ ਹੋਣ ਕਰਕੇ ਅਸੀਂ ਇੱਥੇ ਆ ਖੜੇ। ਤੇ ਜੇ ਇਹ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪ੍ਰਧਾਨ ਜੇ ਇਸ ਗੱਲ ਤੋਂ ਵੀ ਡਿੱਗ ਗਿਆ ਆ ਤੇ ਇਹਦੀ ਇੱਕ ਵੀ ਗੱਲ ਤੇ ਵਿਸ਼ਵਾਸ ਨਾ ਕੀਤਾ ਜਾਵੇ, ਕੌਮ ਲਾਮਬੰਦ ਹੋਵੇ, ਕਿਰਤੀ ਸਿੰਘ ਲਾਮਬੰਦ ਹੋਣ, ਤੇ ਤਾਂ ਅਸੀਂ ਕੌਮ ਦੇ ਕੌਮੀ ਮਕਸਦ ਦੇ ਵਿੱਚ ਅਸੀਂ ਉਹਨੂੰ ਅਚੀਵ ਕਰ ਸਕਦੇ, ਉਹਨੂੰ ਪ੍ਰਾਪਤ ਕਰ ਸਕਦੇ ਹਾਂ। ਫਿਰ ਜਦੋਂ ਕੌਮ ਆਪਣੇ ਕੌਮੀ ਮਕਸਦਾਂ ਦੇ ਵਿਚਾਰ ਅਧੀਨ ਜਦੋਂ ਉਹ ਕਾਬਜ ਹੋਊਗੀ, ਫਿਰ ਇਹ ਜਿਹੜੀਆਂ ਘਟਨਾਵਾਂ ਉਹ ਕੱਟ ਨਹੀਂ ਸਕਣਗੀਆਂ। ਫਿਰ ਅਸੀਂ ਉਹ 2200 ਏਕੜ ਜ਼ਮੀਨ ਵੀ ਲਵਾਂਗੇ, ਉੱਥੇ ਗੁਰਧਾਮ ਵੀ ਹੋਣਗੇ, ਉੱਥੇ ਤਖਤ ਵੀ ਹੋਊਗਾ, ਉੱਥੇ ਗੁਰੂ ਸਾਹਿਬ ਦੇ ਉੱਤੇ ਚੌਰ ਵੀ ਝੁੱਲਣਗੇ। ਫਿਰ ਇੱਦਾਂ ਦੇ ਦੰਭੀ ਪਾਪੀ ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਕਰਦੇ, ਇਹ ਕਦੀ ਸੁਪਨੇ ਵਿੱਚ ਵੀ ਨਹੀਂ ਸੋਚ ਸਕਣਗੇ ਵੀ ਇਹ ਗੁਰੂ ਦੀ ਵੀ ਬੇਅਦਬੀ ਅਸੀਂ ਕਰ ਸਕਦੇ ਆ। ਇਹ ਖਜ਼ਾਨਾ ਜਿਹੜਾ ਸੀ ਉੱਥੇ ਤਾਂ ਸ਼ੁਸ਼ੋਭਿਤ ਕਰ ਦਿੱਤਾ ਗਿਆ ਤਖਤ ਸਾਹਿਬ ਤੇ। ਹੁਣ ਬਹੁਤੀਆਂ ਸੰਗਤਾਂ ਨੂੰ ਇਹ ਵੀ ਡਰ ਹੈ ਵੀ ਕਿਤੇ ਉੱਥੋਂ ਹੀ ਕਿਤੇ ਇੱਧਰ ਉੱਧਰ ਨਾ ਕਰ ਦਿੱਤੇ ਜਾਣ, ਕਿਉਂਕਿ ਖਜ਼ਾਨਾ ਗੁਰੂ ਸਾਹਿਬ ਦੀਆਂ ਹੱਥ ਲਿਖਤੇ ਐਵੇਂ ਦੀਆਂ ਬੀੜਾਂ ਆ। ਨਹੀਂ ਦੇਖੋ, ਪਟਨਾ ਗੁਰਦੁਆਰਾ ਤਖਤ ਸ੍ਰੀ ਪਟਨਾ ਸਾਹਿਬ 'ਚ ਬਹੁਤ ਇਤਿਹਾਸਕ ਖਜ਼ਾਨਾ ਪਿਆ ਹੋਇਆ ਹੈ। ਐਦਾਂ ਹੀ ਬਹੁਤ ਸਾਰੀ ਜਗ੍ਹਾ ਤੇ ਖਜ਼ਾਨਾ ਪਿਆ ਹੋਇਆ ਆ। ਭਰੋਸਾ ਕੀਤਾ ਜਾ ਸਕਦਾ ਉਹਨਾਂ ਤੇ। ਦੇਖੋ ਮੈਂ ਇਦਾਂ ਦੇ ਸਿੰਘਾਂ ਤੇ ਤਾਂ ਭਰੋਸਾ ਕਰ ਸਕਦਾ, ਪਰ ਇਹ ਜਿਹੜਾ ਸਿਸਟਮ ਆ ਭਲਾ ਉਹ ਇੱਥੇ ਅਕਾਲ ਤਖਤ ਸਾਹਿਬ ਤੇ ਬਾਦਲ ਕਿਆਂ ਦਾ ਕਬਜ਼ਾ, ਭਲਾ ਉਹ ਪਟਨਾ ਸਾਹਿਬ ਤੇ ਜਾਂ ਜਿਹੜਾ ਨੰਦੇੜ ਸਾਹਿਬ ਤੇ ਆ, ਇਹ ਸਾਰੇ ਜਿਹੜੇ ਕਬਜ਼ੇ ਆ ਉਹ ਜਿਹੜੇ ਹੈਗੇ ਆ ਉਹ ਸਟੇਟ ਦੇ ਅਧੀਨ ਆ। ਉਹਨਾਂ ਤੇ ਵਿਸ਼ਵਾਸ ਨਹੀਂ ਕਰ ਸਕਦੇ। ਜਿਹੜਾ ਤੁਹਾਡਾ ਅਨਮੋਲ ਖਜ਼ਾਨਾ ਹੈ ਉੱਥੇ ਤੁਹਾਨੂੰ ਆਪਣੀ ਬਾਜ਼ ਆ ਕੇ ਉੱਥੇ ਰੱਖਣੀ ਪਊਗੀ ਤੁਹਾਨੂੰ, ਕਿਉਂਕਿ ਉੱਥੇ ਪੰਥ ਨੂੰ ਪਹਿਲ ਨਹੀਂ ਹੈਗੀ, ਉੱਥੇ ਕੌਮ ਨੂੰ ਲੁੱਟ ਦੀ ਪਹਿਲ ਆ। ਉੱਥੇ ਕੌਮ ਨੂੰ ਘੋੜਾ ਬਣਾ ਕੇ ਮੁੱਖ ਮੰਤਰੀ ਕੁਰਸੀ ਲੈਣ ਨੂੰ ਪਹਿਲ ਆ। ਉੱਥੇ ਕੌਮ ਨੂੰ ਨੀਵਾਂ ਕਰਕੇ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਹੋਣ ਦੀ ਗੱਲ ਆ। ਉੱਥੇ ਆਪਣੇ ਤਖਤਾਂ ਦੇ ਪ੍ਰਧਾਨਾਂ ਨੂੰ ਲਾਉਣ ਦੀ ਗੱਲ ਆ। ਪਟਨਾ ਸਾਹਿਬ ਦਾ ਜਿਹੜੇ ਟਰਸਟਾਂ ਨੂੰ ਆਪਣੇ ਹੇਠ ਲੈਣ ਦੀ ਗੱਲ ਆ। ਇਹ ਦੌੜ ਦੇ ਵਿੱਚ ਆ ਸਾਰੀ। ਪਰ ਕੌਮ ਨੂੰ ਜਿਹੜਾ ਹੈਗਾ ਆਪਣਾ ਡਿਸੀਜਨ ਲੈਣਾ ਚਾਹੀਦਾ ਆ, ਕੌਮ ਨੂੰ ਬਲਵਾਨ ਹੋਣਾ ਚਾਹੀਦਾ ਆ, ਤੇ ਇਹ ਬੰਦਿਆਂ ਨੂੰ ਪਰੇ ਕਰਕੇ ਤੇ ਜਿਹੜੇ ਕੌਮੀ ਬੰਦੇ ਆ ਉਹਨਾਂ ਨੂੰ ਅਗਵਾਈ ਦੇਣੀ ਚਾਹੀਦੀ ਆ। ਵਾਕਈ ਮਨਜੀਤ ਸਿੰਘ ਜੀ, ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ। ਵੀਰ ਹੋਰਾਂ ਨੇ ਵੀ ਜਿੱਦਾਂ ਆਖਿਆ ਵੀ ਜਦੋਂ ਆਹ ਹੋ ਜਾਊਗਾ ਤੇ ਫਿਰ ਇਦਾਂ ਨਾ ਹੋਊਗੀ, ਪਰ ਮੇਰੇ ਮਨ 'ਚ ਖਿਆਲ ਆ ਰਿਹਾ ਸੀਗਾ ਵੀ ਜਿੰਨਾ ਚਿਰ ਤੁਹਾਡੇ ਆਪਦੇ ਰਾਜ ਭਾਗ ਨਹੀਂ ਹੋਣਗੇ ਨਾ, ਭਾਵੇਂ ਸ਼੍ਰੋਮਣੀ ਕਮੇਟੀ ਤੇ ਵੀ ਤੁਸੀਂ ਕਾਬਜ ਹੋਗਾ, ਮੈਨੂੰ ਲੱਗਦਾ ਹੈ ਭਈ ਤਦ ਵੀ ਮਸਲਾ ਨਹੀਂ ਹੱਲ ਹੋਣਾ ਹੈਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲ 'ਚ ਹੁੰਦਾ ਕੀ ਹੈ ਵੀ ਜਦੋਂ ਲਗਾਤਾਰ ਕੋਈ ਘਟਨਾਵਾਂ ਵਾਪਰਦੀਆਂ ਨਾ, ਉਹ ਹੌਲੀ ਮਨੁੱਖੀ ਮਾਨਸਿਕਤਾ ਦੇ ਵਿੱਚ ਉਹ ਚੀਜ਼ਾਂ ਨਾ ਕਾਮਨ ਹੋ ਜਾਂਦੀਆਂ, ਆਮ ਹੋ ਜਾਂਦੀਆਂ। ਮਹਾਰਾਜ ਦੀਆਂ ਬੇਅਦਬੀਆਂ ਇੰਨੇ ਛੜਯੰਤਰ ਦੇ ਨਾਲ ਲਗਾਤਾਰ ਕੀਤੀਆਂ ਗਈਆਂ ਵੀ ਹੁਣ ਜਦੋਂ ਕਿਸੇ ਇਦਾਂ ਦੀ ਬੇਅਦਬੀ ਦੀ ਕੋਈ ਖਬਰ ਵੀ ਮਿਲਦੀ ਹੈ ਤੇ ਲੋਕਾਂ ਨੂੰ ਇੱਕ ਆਮ ਜੀ ਗੱਲ ਲੱਗਦੀ। ਜਿੱਦਾਂ ਕਿਸੇ ਨੇ ਪਹਿਲੀ ਵਾਰ ਕਿਤੇ ਮਹਾਰਾਜ ਦੀ ਬੇਅਦਬੀ ਦੀ ਕੋਈ ਖਬਰ ਸੁਣੀ ਹੋਣੀ ਤੇ ਜਿੱਦਾਂ ਨੂੰ ਪੇਨ ਤੇ ਦਰਦ ਹੋਇਆ ਹੋਣਾ ਨਾ, ਸ਼ਾਇਦ ਉਹ ਹੁਣ ਨਹੀਂ ਲੱਗਦਾ ਉਹਨਾਂ ਨੂੰ।
ਕਿਉਂਕਿ ਕਹਿੰਦੇ ਨਾ ਵੀ ਕੁੱਟ ਵੀ ਜਦੋਂ ਪੈਂਦੀ ਆ, ਪੁਰਾਣੇ ਸਮਿਆਂ 'ਚ ਸਿੰਘਾਂ ਤੋਂ ਸੁਣਦੇ ਵੀ ਰਹੇ, ਕਹਿੰਦੇ ਵੀ ਜਦੋਂ ਪੁਲਿਸ ਟੌਰਚਰ ਕਰਦੀ ਸੀ ਨਾ, ਇੱਕ ਅੱਧੇ ਪੱਟੇ ਤੇ ਦਰਦ ਹੁੰਦੀ, ਉਸ ਤੋਂ ਬਾਅਦ ਤਾਂ ਪੈ ਜਾਂਦੇ, ਸੌਨੀ ਹੋ ਜਾਂਦਾ ਸੀ ਤੇ ਪਤਾ ਹੀ ਲੱਗਦਾ। ਤੇ ਸਾਡੇ ਹਿਰਦੇ ਵੀ ਹੁਣ ਐ ਹੋ ਗਏ ਕੌਮ ਦੇ ਵੀ ਇੰਨੀਆਂ ਕੁ ਘਟਨਾਵਾਂ ਇਹਨਾਂ ਨੇ ਮਹਾਰਾਜ ਦੀ ਬੇਅਦਬੀ ਦੀਆਂ ਕਰਾਤੀਆਂ ਇਸ ਸਟੇਟ ਨੇ ਵੀ ਹੁਣ ਸਿੱਖਾਂ ਨੂੰ ਨਾ ਉਹ ਦਰਦ ਹੀ ਮਹਿਸੂਸ ਹੋਣੋਂ ਹਟ ਗਿਆ। ਇਹ ਸਾਰਾ ਕੁਝ ਹੋ ਹੀ ਤਦ ਰਿਹਾ ਜਿਹੜੇ ਲੋਕ, ਜਦੋਂ ਅਸੀਂ ਕਹਿੰਦੇ ਆ ਨਾ ਵੀ ਸਿੱਖਾਂ ਦੇ ਕੋਲ ਅਗਰ ਆਪ ਦਾ ਰਾਜ ਭਾਗ ਹੋਵੇ ਨਾ ਤੇ ਇਹਨਾਂ ਚੀਜ਼ਾਂ ਦੇ ਸਭ ਦੇ ਹੱਲ ਆ, ਤੇ ਜਿਹੜੇ ਅੱਜ ਵੀ ਨਹੀਂ ਸਮਝ ਪਾ ਰਹੇ ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਮੰਨ ਲਓ ਜਿਹੜੀ ਸਟੇਟ ਹੁੰਦੀ ਨਾ ਉਹਦੇ ਕੋਲ ਬਹੁਤ ਤਾਕਤ ਹੁੰਦੀ। ਹੁਣੇ ਤੁਸੀਂ ਸਵਾਲ ਕਰ ਰਹੇ ਸੀਗੇ ਵੀ ਤੁਸੀਂ ਪਟਨਾ ਸਾਹਿਬ ਦੀ ਨੂੰ ਉੱਥੋਂ ਨੂੰ ਸਪੁਰਦ ਤੇ ਕਰਤੇ ਮਹਾਰਾਜ ਦੇ ਸਰੂਪ, ਕਿ ਤੁਸੀਂ ਹੁਣ ਸੰਤੁਸ਼ਟ ਹੋ ਜਾਂ ਉਹਦੀ ਕੋਈ ਗਾਰੰਟੀ ਹੈ ਵੀ ਉਹ ਉੱਥੇ ਸੇਫ ਹੈਗੇ ਜਾਂ ਨਹੀਂ ਹੈਗੇ? ਤੁਸੀਂ ਜਿੱਡੇ ਮਰਜ਼ੀ ਆਪ ਤੇ ਜੰਤਰ ਮੰਤਰ ਤੰਤਰ ਲਾ ਲਓ, ਤੁਸੀਂ ਕਿਸੇ ਸੇਫਟੀ ਦੀ ਗਾਰੰਟੀ ਨਹੀਂ ਦੇ ਸਕਦੇ, ਕਿਉਂਕਿ ਜਿਨ੍ਹਾਂ ਨੇ ਸੇਫਟੀ ਦੇਣੀ ਉਹਦਾ ਪ੍ਰਬੰਧ ਹੀ ਤੁਹਾਡੇ ਹੱਥਾਂ 'ਚ ਨਹੀਂ ਆ। ਇਹ ਵੀ ਦਿਖਾਵਾ ਹੀ ਆ ਕਿ ਸਾਡੀ ਸ਼੍ਰੋਮਣੀ ਕਮੇਟੀ, ਤੁਹਾਡਾ ਬਚਿਆ ਹੀ ਕੱਖ ਨਹੀਂ, ਉਹਨਾਂ ਨੇ ਛੱਡਿਆ ਹੀ ਕੱਖ ਨਹੀਂ। ਸਟੇਟ ਨੇ ਤੁਹਾਡੇ ਹੱਥ ਦੇ ਵਿੱਚ ਕੋਈ ਫੈਸਿਲਿਟੀ ਨਹੀਂ ਦਿੱਤੀ। ਹਰ ਚੀਜ਼ ਮੰਨ ਲਓ ਇਹ ਸਿੰਘਾਂ ਦੇ ਨਾਲ ਉੱਥੇ ਕੋਈ ਵਧੀਕੀ ਹੋ ਜਾਂਦੀ। ਇਹ ਤੇ ਗੁਰੂ ਪਾਤਸ਼ਾਹ 'ਚ ਪਿੱਠ ਤੇ ਖੜੇ ਜਿੰਨਾ ਮਹਾਰਾਜ ਸੇਵਾ ਲੈ ਰਹੇ ਸਿੰਘ ਕਰੀ ਜਾ ਰਹੇ ਆ, ਨਹੀਂ ਤਾਂ ਸਟੇਟ ਦਾ ਮੰਨ ਲਓ ਉਹਨਾਂ ਦਾ ਏਜੰਡਾ ਹੋ ਜਾਂਦਾ, ਫੜ ਕੇ ਉੱਥੇ ਠੋਕ ਦਿੰਦਾ, ਕੀ ਕਰ ਲੈਂਦੇ? ਸਾਡੇ ਪੰਜਾਬ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਦਿਨ ਦਿਹਾੜੇ ਸਾਡੇ ਸਿੰਘ ਸ਼ਹੀਦ ਕਰ ਦਿੱਤੇ, ਅੱਜ ਵੀ ਸੜਕਾਂ ਤੇ ਬੈਠੇ ਅਸੀਂ, ਉਹਨਾਂ ਦਾ ਕੁਝ ਨਹੀਂ ਕਰ ਸਕੇ। ਬਗਾਨੀ ਸਟੇਟ ਦੇ ਵਿੱਚ ਜਾ ਕੇ ਕੀ ਕਰ ਲੈਂਦੇ? ਇਹ ਤਾਂ ਮੈਂ ਗੁਰੂ ਦਾ ਭਾਣਾ ਮੰਨਦਾ ਕਿ ਮਹਾਰਾਜ ਨੇ ਇੱਥੇ ਤੱਕ ਗੱਲ ਲੈ ਆਂਦੀ ਪਈ, ਅਸੀਂ ਆਪ ਦੇ ਹੱਕ ਲੈ ਜਾ ਕੇ ਗੁਰੂ ਦੀ ਮੌਤ ਦੇ ਵਿੱਚ ਸਟੇਟ ਕਸਰ ਨਹੀਂ ਛੱਡ ਰਹੀ ਆਪਣੇ ਵੱਲੋਂ ਕਿਸੇ ਤਰ੍ਹਾਂ ਦੀ। ਸੋ ਇਹ ਉਹਨਾਂ ਲੋਕਾਂ ਨੂੰ, ਖਾਸ ਕਰਕੇ ਉਹਨਾਂ ਭਰਾਵਾਂ ਨੂੰ ਮੈਂ ਕਹਿੰਦਾ ਤੇ ਗੁਰੂ ਖੇਡ ਰਚਾ ਰਹੇ ਆ। ਗੁਰੂ ਆਪ ਦੀਆਂ ਸ਼ਹਾਦਤਾਂ ਦੇ ਸਿੱਖਾਂ ਨੂੰ ਅੱਖਾਂ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਹੋ ਵੀ ਤੁਸੀਂ ਆਪ ਦੇ ਹੱਕ ਇਹਨਾਂ ਕੋਲੋਂ ਨਾ ਮੰਗੋ, ਤੁਸੀਂ ਆਪ ਇਸ ਚੀਜ਼ ਦੇ ਲਾਇਕ ਬਣੋ, ਤੁਸੀਂ ਹੱਕ ਦੇ ਸਕੋ ਲੋਕਾਂ ਨੂੰ। ਅਸੀਂ ਹੱਕ ਮੰਗਣ ਵਾਲੇ ਹੈ ਹੀ ਨਹੀਂ, ਅਸੀਂ ਕੌਮ ਹੀ ਨਹੀਂ ਆ, ਅਸੀਂ ਤੇ ਹੱਕ ਦੇਣ ਵਾਲੇ ਸੀ। ਵਾਕਈ ਮੈਨੂੰ ਲੱਗਦਾ ਕਿ ਵੀਰ ਹੋਰਾਂ ਦਾ ਕਹਿਣਾ ਹੈਗਾ ਕਿ ਅਸੀਂ ਤਾਂ ਦੂਜਿਆਂ ਨੂੰ ਹੱਕ ਦੇਣ ਵਾਲੇ ਸੀਗੇ, ਅਸੀਂ ਤਾਂ ਦੂਜਿਆਂ ਨੂੰ ਹੱਕ ਦੇਣ ਵਾਲੇ ਸੀਗੇ, ਪਰ ਅੱਜ ਸਾਡੇ ਹਾਲਾਤ ਇਦਾਂ ਦੇ ਬਣ ਗਏ ਹੈਗੇ ਆ ਕਿ ਅੱਜ ਅਸੀਂ ਜਿਸ ਮੁਲਕ ਦੇ ਵਿੱਚ ਰਹਿ ਰਹੇ ਹੈਗੇ ਆ ਉੱਥੇ ਸਾਡੇ ਆਪਣੇ ਹਾਲਾਤ ਇਦਾਂ ਦੇ ਹੈਗੇ ਆ, ਗੁਲਾਮਾਂ ਵਰਗਾ ਜੀਵਨ ਬਸਰ ਕਰ ਰਹੇ ਹਾਂ। ਆਏ ਦਿਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਤੱਕ ਵੀ ਹੋ ਜਾਂਦੀ ਹੈ। ਜਿਵੇਂ ਵੀਰ ਹੋਰਾਂ ਦਾ ਕਹਿਣਾ ਹੈਗਾ ਕਿ ਗੁਰੂ ਸਾਹਿਬ ਜੀ ਮਤਲਬ ਬੇਅਦਬੀਆਂ ਕਰਵਾ ਕੇ ਐਂ ਕਹਿ ਲਓ ਸਮਝਣ ਦੀ ਗੱਲ ਹੁੰਦੀ ਹੈ ਵੀ ਆਪਾਂ ਕਿਸੇ ਵੀ ਤਰੀਕੇ ਨਾਲ ਸਾਨੂੰ ਗੱਲ ਸਮਝ ਆ ਜਾਵੇ, ਸਾਡੇ ਇੱਥੇ ਧੁਰ ਹਿਰਦੇ ਤੱਕ ਉਹ ਗੱਲ ਜਿਹੜੀ ਹੈ ਸਾਨੂੰ ਟੁੰਬ ਜਾਵੇ। ਸਿਰਫ ਗੱਲ ਇਹ ਕਹਿਣ ਨੂੰ ਹੁੰਦੀ ਹੈ ਵੀ ਗੁਰੂ ਸਾਹਿਬ ਜੀ ਆਪਣੇ ਆਪ ਨੂੰ ਸਾਰਾ ਕੁਝ ਇੱਦਾਂ ਕਰਵਾ ਕੇ ਵੀ ਜ਼ਾਲਮਾਂ ਦੇ ਕੋਲੋਂ ਸਾਨੂੰ ਜਗਾ ਰਿਹਾ ਵੀ ਅਸੀਂ ਜਾਗੀਏ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਅਸੀਂ ਜਾਗ ਕੇ ਆਪਣੇ ਪੰਥ ਦੀ ਪਹਿਰੇਦਾਰੀ ਕਰੀਏ, ਅਸੀਂ ਆਪਣੇ ਗੁਰਧਾਮਾਂ ਦੀ ਪਹਿਰੇਦਾਰੀ ਕਰੀਏ। ਪਰ ਜਿਨ੍ਹਾਂ ਦੇ ਕੋਲ ਇਸ ਵੇਲੇ ਸੱਤਾ ਹੈਗੀ ਆ, ਜਿਨ੍ਹਾਂ ਦੇ ਕੋਲ ਇਸ ਵੇਲੇ ਪਾਵਰ ਹੈ, ਜਿਨ੍ਹਾਂ ਲੋਕਾਂ ਨੂੰ ਅਸੀਂ ਸਾਰਿਆਂ ਨੇ ਵੋਟਾਂ ਪਾ ਕੇ ਚੁਣਿਆ ਕਿ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋ, ਤੁਸੀਂ ਪ੍ਰਧਾਨ ਹੋ, ਤੁਸੀਂ ਸਾਰੇ ਕਾਸੇ ਨੂੰ ਸੰਭਾਲੋ। ਹੁਣ ਇਹ ਸਿੰਘ ਇੱਥੋਂ 1500 ਤੇ 52 ਕਿਲੋਮੀਟਰ ਉੱਥੇ ਚੱਲ ਕੇ ਬਿਹਾਰ ਦੇ ਵਿੱਚ ਇਹਨਾਂ ਨੂੰ ਇੱਥੇ ਬੈਠਿਆਂ ਨੂੰ ਦਿਸ ਪਿਆ ਵੀ ਉੱਥੇ ਆਹ ਕੁਛ ਹੋ ਰਿਹਾ ਮਾੜਾ, ਇਹਨਾਂ ਦੇ ਇੱਥੇ ਹਿਰਦੇ ਟੁੰਬੇ ਗਏ। ਤਾਂ ਜਿਹੜੇ ਉੱਥੇ ਮੁੱਢ ਬੈਠੇ ਹੈਗੇ ਆ ਤਖਤ ਸ੍ਰੀ ਪਟਨਾ ਸਾਹਿਬ ਵਾਲੇ, ਉਹਨਾਂ ਦੇ ਹਿਰਦੇ ਕਿਉਂ ਨਾ ਬਲੂੰਦਰੇ ਗਏ? ਸੋ ਜੇ ਉਹ ਆਪਣੀ ਜ਼ਿੰਮੇਵਾਰੀ ਨੂੰ ਵਧੀਆ ਤਰੀਕੇ ਨਾਲ ਨਿਭਾਉਂਦੇ ਹੁੰਦੇ, ਜੇ ਉਹਨਾਂ ਦੇ ਇੱਥੇ ਅੰਦਰ ਗੁਰੂ ਦੇ ਪ੍ਰਤੀ ਪਿਆਰ ਨਾਂ ਦੀ ਕੋਈ ਚੀਜ਼ ਹੁੰਦੀ ਤਾਂ ਇਹਨਾਂ ਨੂੰ ਇੱਥੋਂ ਉੱਥੇ ਨਾ ਜਾਣਾ ਪੈਂਦਾ, ਸਗੋਂ ਇੱਥੇ ਇਹਨਾਂ ਨੂੰ ਵੀ ਤੇ ਸਾਨੂੰ ਵੀ ਇੱਥੇ ਪੰਜਾਬ 'ਚ ਬੈਠਿਆਂ ਨੂੰ ਖਬਰ ਮਿਲਦੀ ਕਿ ਉਹਨਾਂ ਨੇ ਗੰਭੀਰਤਾ ਦੇ ਨਾਲ ਨੋਟਿਸ ਲੈ ਲਿਆ ਤੇ ਮਹੰਤ ਦੇ ਖਿਲਾਫ ਮੁਕੱਦਮਾ ਦਰਜ ਕਰਵਾਤਾ। ਪਰ ਇਦਾਂ ਹੋਇਆ ਨਹੀਂ। ਦਵਿੰਦਰ ਸਿੰਘ ਜੀ ਜਾਂਦੇ ਜਾਂਦੇ ਮੇਰੇ ਤਾਂ ਮਨ ਵਿੱਚ ਇਹ ਖਿਆਲ ਆ ਰਿਹਾ ਹੈਗਾ ਕਿ ਮੈਂ ਸੰਗਤ ਨੂੰ ਆਖਾਂ ਕਿ ਸਾਧ ਸੰਗਤ ਜੀ ਕਿਸੇ ਸਿੰਘ ਦੀ ਗੱਡੀ ਲੈ ਕੇ ਗਏ ਸੀਗੇ ਇਹ ਵੀਰ ਉੱਥੇ ਨੂੰ, ਕਿਉਂਕਿ ਇਹਨਾਂ ਦੇ ਕੋਲ ਜਿਹੜੀ ਆਪਣੀ ਗੱਡੀ ਪਤਾ ਨਹੀਂ ਹੈਗੀ ਕਿ ਨਹੀਂ ਹੈਗੀ, ਪਰ ਜੇ ਹੈਗੀ ਵੀ ਤਾਂ ਇੰਨੇ ਜੋਗੀ ਨਹੀਂ ਹੈਗੀ, ਜਿਹਦੇ ਕਰਕੇ ਇਹਨਾਂ ਨੂੰ ਕਿਸੇ ਦੀ ਗੱਡੀ ਲੈ ਕੇ ਜਾਣਾ ਪਿਆ ਸੀਗਾ ਵੀ ਉਹ ਗੱਡੀ ਸਾਨੂੰ ਉੱਥੇ ਤੱਕ ਪੁੱਜਦੀ ਕਰ ਸਕੇ। ਸੋ ਮੇਰੇ ਆਪਣੇ ਮਨ ਵਿੱਚ ਖਿਆਲ ਆ ਰਿਹਾ ਹੈਗਾ ਕਿ ਘੱਟੋ ਘੱਟ ਸਿੰਘਾਂ ਦੇ ਕੋਲ ਇਹ ਉਹ ਸਿੰਘ ਵਾ ਜੀ ਜਿਹਨਾਂ ਨੂੰ ਉਹਨਾਂ ਨੇ ਰੱਦ ਕਰਤਾ ਹੋਇਆ ਵੀ ਇਹ ਰੱਦ ਆ ਜੀ, ਇਹ ਰੱਦੀ ਆ, ਇਹ ਮਤਲਬ ਜਿਹੜਾ ਤਖਤਾਂ ਦੇ ਜਥੇਦਾਰ ਹਰਪ੍ਰੀਤ ਸਿੰਘ ਉਹਨਾਂ ਨੇ ਵੀ ਇਹ ਰੱਦੀ ਆ, ਰੱਦ ਕੀਤੇ ਹੋਏ ਆ ਉਹਨਾਂ ਵੱਲੋਂ ਸਤਿਕਾਰ ਕਮੇਟੀਆਂ ਵਾਲੇ, ਇਹ ਰੱਦ ਕੀਤੇ ਹੋਏ ਰੱਦੀ ਸਿੰਘਾਂ ਨੇ ਉੱਥੇ ਆ ਮੋਰਚਾ ਫਤਿਹ ਕੀਤਾ ਹੈਗਾ। ਸੋ ਜੇ ਤੁਹਾਨੂੰ ਲੱਗਦਾ ਕਿ ਰੱਦ ਕੀਤੇ ਹੋਏ ਰੱਦੀ ਸਿੰਘਾਂ ਨੇ ਚੰਗਾ ਕੰਮ ਕੀਤਾ ਹੈਗਾ ਤੇ ਇਹਨਾਂ ਨੂੰ ਗੱਡੀ ਦਾ ਪ੍ਰਬੰਧ ਮੈਨੂੰ ਲੱਗਦਾ ਕਿ ਜ਼ਰੂਰ ਕਰਕੇ ਦੇਣਾ ਚਾਹੀਦਾ। ਜਾਂਦੇ ਜਾਂਦੇ ਦੁਨੀਆ ਭਰ ਵਿੱਚ ਵਸਦੇ ਸਿੱਖ ਤੁਹਾਨੂੰ ਸੁਣ ਰਹੇ ਨੇ, ਜਾਂਦੇ ਜਾਂਦੇ ਦੋ ਲਾਈਨਾਂ 'ਚ ਜ਼ਰੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਹ ਕਹਿਣਾ ਚਾਹੁੰਦਾ ਜਿਹੜੇ ਮਤਲਬ ਸੇਵਾ ਆਪਾਂ ਨਹੀਂ ਵੀ ਆਪਾਂ ਸੇਵਾ ਕਰਦੇ, ਕਿਤੇ ਵੀ ਕੋਈ ਸੇਵਾ ਗੁਰਸਿੱਖ ਕਰਦਾ ਆ ਉਹਦੀ ਵੱਧ ਤੋਂ ਵੱਧ ਮਦਦ ਕਰੋ। ਜਿਹੜੇ SGPC ਵਾਲੇ ਬੈਠੇ ਆ, ਦੇਖੋ ਇਹਨਾਂ ਨੇ ਹੁਕਮਨਾਮੇ ਜਾਰੀ ਕੀਤੇ ਆ ਤੇ ਹੁਕਮਨਾਮੇ ਇਹਨਾਂ ਨੇ ਜਾਰੀ ਕੀਤੇ ਜਥੇਦਾਰਾਂ ਨੇ, ਤੇ ਉਹ ਲਾਗੂ ਕੌਣ ਕਰਾ ਰਿਹਾ?
ਸਾਡੇ ਵਰਗੇ ਤੁਹਾਡੇ ਵਰਗੇ ਸਿੰਘ। ਤੇ ਮੈਂ ਬੇਨਤੀ ਕਰਦਾ ਸੰਗਤ ਨੂੰ, ਜਿਹੜੇ ਵੀ ਇਹ ਸੇਵਾਦਾਰ ਪੰਜਾਬ 'ਚੋਂ ਆ, ਜਿੱਥੇ ਵੀ ਸੇਵਾਦਾਰ ਕੋਈ ਕਰਦਾ ਪਿਆ, ਵੱਧ ਤੋਂ ਵੱਧ ਉਹਦੀ ਮਦਦ ਕਰ ਦਿਆ ਕਰੋ। ਤੇ ਬਾਕੀ ਜਿਹੜੇ SGPC ਆ ਮੈਂਬਰ, ਇਹਨਾਂ ਨੂੰ ਬਿਲਕੁਲ ਜਿਹੜੀ ਹੈਗੀ ਆ ਸੇਵਾ ਦੇ ਨਾਂ ਤੇ ਕੋਈ ਪੈਸਾ ਨਾ ਦਿੱਤਾ ਜਾਵੇ। ਹਾਂਜੀ ਜ਼ਰੂਰ। ਸੋ ਦਰਸ਼ਕੋ, ਵੀਰ ਪ੍ਰਵਿੰਦਰ ਸਿੰਘ ਜੀ ਵੀ ਹੈਗੇ ਨੇ ਮੁਕੇਰੀਆਂ ਤੋਂ, ਆਪਾਂ ਥੋੜੀ ਜਿਹੀ ਗੱਲਬਾਤ ਉਹਨਾਂ ਨਾਲ ਵੀ ਕਰ ਲੈਂਦੇ ਆ। ਵਾਕਿਆ ਮੈਨੂੰ ਲੱਗਦਾ ਜਿਵੇਂ ਵੀਰ ਹੋਰਾਂ ਦਾ ਕਹਿਣਾ ਹੈਗਾ ਕਿ ਇਮਦਾਦ ਉਹਨਾਂ ਦੀ ਕੀਤੀ ਜਾਵੇ। ਸੰਗਤ ਨੂੰ ਬੇਨਤੀ ਆ ਬਈ ਜਿਹੜੇ ਲੋਕ ਸੇਵਾਵਾਂ ਨਿਭਾ ਰਹੇ ਆ, ਪਰ ਜਿਹੜੇ ਲੋਕ ਸੇਵਾਵਾਂ ਨਹੀਂ ਨਿਭਾ ਰਹੇ ਪਰ ਪਾਵਰ ਉਹਨਾਂ ਦੇ ਕੋਲ ਆ, ਗੋਲਕ ਉਹਨਾਂ ਦੇ ਕੋਲ ਆ, ਵੀਰ ਹੋਰਾਂ ਦਾ ਜਿਵੇਂ ਕਹਿਣਾ ਹੈਗਾ ਕਿ ਉਹਨਾਂ ਦੀ ਇਮਦਾਦ ਨਾ ਕੀਤੀ ਜਾਵੇ। ਕੁਝ ਚੱਲਦਾ ਤੁਹਾਡੇ ਅੰਦਰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਸੰਗਤ ਜੀ, ਆਪ ਜੀ ਸਾਰੇ ਜੀਆਂ ਨੇ ਦੱਸਿਆ ਹੀ ਹੈ ਕਿ ਕਿਵੇਂ ਸਿੰਘ ਬਿਹਾਰ ਜਾ ਕੇ ਸੇਵਾਵਾਂ ਜਿਹੜੀਆਂ ਪੂਰੀਆਂ ਕਰਕੇ ਆਏ ਨੇ। ਕੋਟਾਨ ਕੋਟ ਸ਼ੁਕਰਾਨਾ ਗੁਰੂ ਸਾਹਿਬ ਦਾ। ਅਸੀਂ ਤੇ ਇਹੀ ਸ਼ੁਕਰਾਨਾ ਕਰਦੇ ਹਾਂ ਕਿ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਇਹਨਾਂ ਦਾਸੜਿਆਂ ਤੇ ਸਿਰ ਤੇ ਹੱਥ ਰੱਖ ਕੇ ਸੇਵਾ ਲਈ ਹੈ। ਬਾਕੀ ਇਹ ਕਾਰਜ ਜਿਹੜਾ ਬਹੁਤ ਕਠਿਨ ਸੀਗਾ, ਉੱਥੇ SGPC ਜਿਹੜੀ ਸਾਡੀ ਜਿੱਦਾਂ ਸਾਰੇ ਸਿੰਘ ਵਿਚਾਰਾਂ ਕਰਦੇ ਪਏ ਨੇ, ਇਹ ਅਗਰ ਕੋਈ ਸੇਵਾਵਾਂ ਆਪਣੀ ਲੈਂਦੀ ਤੇ ਇੱਥੋਂ ਤੱਕ ਅੱਜ ਹਾਲਾਤ ਨਾ ਪਹੁੰਚਦੇ। ਸਾਡੇ ਘਰਾਂ ਦੇ ਵਿੱਚ ਇੱਥੇ ਪੰਜਾਬ 'ਚ ਹੀ ਦੇਖੋ, ਸਾਡਾ ਆਪਣਾ ਗੁਰੂਆਂ ਪੀਰਾਂ ਦੀ ਧਰਤੀ ਹੈ, ਇੱਥੇ ਹੀ ਦੇਖੋ ਗੁਰੂ ਮਹਾਰਾਜ ਦਾ ਕਿੰਨਾ ਨਰਾਦਰ ਹੋ ਰਿਹਾ। ਤੇ ਉਹ ਤੇ ਫਿਰ ਵੀ ਬਾਹਰਲੀ ਸਟੇਟ ਹੈ, ਉੱਥੇ ਤੇ ਥੋੜੇ ਜੀ ਨੇ। ਫਿਰ ਇਹ ਸਾਨੂੰ ਇਹ ਸਾਰੀਆਂ ਕਮਜ਼ੋਰੀਆਂ ਇਹਨਾਂ ਦੀਆਂ ਨੇ, ਸ਼੍ਰੋਮਣੀ ਕਮੇਟੀ ਦੀਆਂ ਨੇ। ਇਹ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਨਹੀਂ ਸਮਝਦੇ। ਅਸੀਂ ਤੇ ਅਰਦਾਸ ਕਰਦੇ ਹਾਂ ਤੇ ਗੁਰੂ ਮਹਾਰਾਜ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੇ ਹਾਂ ਕਿ ਇਹਨਾਂ ਸਿੰਘਾਂ ਤੇ ਸਿਰ ਤੇ ਹੱਥ ਰੱਖ ਕੇ ਜਿਹੜੀ ਸੇਵਾ ਲਈ ਹੈ। ਤੇ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਦਾ ਤੇ ਸਿੰਘਾਂ ਦਾ, ਆਪ ਜੀਆਂ ਦਾ, ਜਿਨ੍ਹਾਂ ਨੇ ਸਾਰਿਆਂ ਨੇ ਸਪੋਰਟ ਕਰਕੇ ਸਿੰਘਾਂ ਨੂੰ ਚੜ੍ਹਦੀ ਕਲਾ ਦਾ ਜਿਹੜਾ ਕਾਰਜ ਕੀਤਾ ਹੈ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ, ਸਤਿ ਸ੍ਰੀ ਅਕਾਲ। ਜਾਂਦੇ ਇੱਕ ਵਾਰੀ ਮੈਂ ਤਿੰਨਾਂ ਹੀ ਸਿੰਘਾਂ ਦੇ ਤੁਹਾਨੂੰ ਇੱਕ ਵਾਰੀ ਦਰਸ਼ਨ ਜ਼ਰੂਰ ਕਰਾ ਦੇਣਾ। ਲਾਗੇ ਕਰਕੇ ਜ਼ੂਮ ਕਰਕੇ ਦੇਖ ਲਓ ਜੀ। ਆ ਵੀਰ ਕੀਰਤੀ ਸਿੰਘ, ਇਹ ਉੱਥੇ ਗਏ ਸੀਗੇ। ਵਾਹਿਗੁਰੂ ਜੀ ਕੀ ਫਤਿਹ। ਦਵਿੰਦਰ ਸਿੰਘ ਜੀ ਨੂੰ ਤੁਸੀਂ ਦੇਖ ਹੀ ਲਿਆ ਹੈਗਾ ਜੀ। ਇਹ ਦਵਿੰਦਰ ਸਿੰਘ ਉੱਥੇ ਗਏ ਸੀਗੇ। ਇੱਕ ਆ ਵੀਰ, ਇਹ ਉੱਥੇ ਗਏ ਸੀਗੇ ਚੱਲ ਕੇ। ਇਹ ਤਿੰਨੋਂ ਹੀ ਸਿੰਘ ਹੈਗੇ ਜੀ ਜਿਹੜੇ ਉੱਥੇ ਮੋਰਚਾ ਫਤਿਹ ਕਰਕੇ ਆਏ ਨੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।